चैनल पंजाबी देख रहे दर्शकों का प्रोग्राम फ्रंट लाइन में बहुत बहुत स्वागत। दोस्तों आज ना अज दी कुछ खबरां, अज दी कुछ गल्लां बातां, कुछ मुद्दे जिन्हां दे उत्ते अज कनेडा अमरीका दे विच चर्चा हो रही है तुहाडे नाल साझे करन दे लई 5-7 मुद्दे तुहाडे नाल साझे करने जिन्हां दे विच BC मनी लॉन्ड्रिंग बारे जी कल रिपोर्ट आई है वो डिस्कस करांगे। उहदे विच की आ वैनकूवर दे विच कल आपां तुहाडे नाल गलबात कीती सी कि घरां दीयां कीमतां थल्ले आ रहीआं। हुण एक रिपोर्ट आई है कि घरां दे किराए बहुत वध रहे आ। ਇਹਦੇ ਬਾਰੇ ਗੱਲਬਾਤ ਕਰਾਂਗੇ। ਕੁਛ ਲੋਕ ਕੁਛ ਪ੍ਰੋਵਿੰਸਿਸ ਦੇ ਵਿੱਚ ਕੈਨੇਡਾ ਦੇ ਵਿੱਚ ਚਲੇ ਜਾਂਦੇ ਸੀ ਜਿਹੜੇ ਅੰਤਰਰਾਸ਼ਟਰੀ ਸਟੂਡੈਂਟ ਸੀ ਕਿ ਆ BC 'ਚ ਗਏ, ਪੱਕੇ ਹੋਣ ਲਈ ਕਿਸੇ ਹੋਰ ਪਾਸੇ ਚਲੇ ਗਏ, ਨੋਵਾ ਸਕੋਸ਼ੀਆ ਵਗੈਰਾ, ਉਹ ਨਿਯਮ ਕੁਛ ਬਦਲ ਗਏ ਨੇ। ਉਹਦੇ ਬਾਰੇ ਗੱਲਬਾਤ ਕਰਾਂਗੇ। ਅਕਸਰ ਗੱਲਬਾਤ ਕੀਤੀ ਜਾਂਦੀ ਹੈ ਕਿ ਇੱਥੇ ਵੇਟ ਟਾਈਮ ਬਹੁਤ ਜ਼ਿਆਦਾ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ, ਪਰ ਹਾਲਤ ਕੈਨੇਡਾ ਦੇ ਸਾਰੇ ਹਿੱਸਿਆਂ ਦੇ ਵਿੱਚ ਹੀ ਲਗਭਗ ਉੱਦਾਂ ਦੀ ਹੈ। ontario ਦੇ ਵਿੱਚ ਬਹੁਤ ਬੁਰੀ ਹਾਲਤ ਆ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਉਡੀਕ। ਉਹਦੇ ਬਾਰੇ ਗੱਲਬਾਤ ਕਰਾਂਗੇ। ਔਰਤਾਂ ਦੇ ਹੱਕਾਂ ਬਾਰੇ ਅਕਸਰ ਗੱਲਬਾਤ ਹੁੰਦੀ ਹੈ। ਅਲਬਰਟਾ ਦੇ ਵਿੱਚ ਇੱਕ ਡਾਕਟਰ ਨੇ ਆਪਣਾ ਦੁੱਖ ਰੋਇਆ ਕਿ ਮੇਰੇ ਨਾਲ ਵਿਤਕਰਾ ਹੁੰਦਾ ਰਿਹਾ। ਮੈਂ 30-35 ਸਾਲ ਇੱਥੇ ਕਾਰਡੀਓਵੈਸਕੂਲਰ ਸਰਜਨ ਰਹੀ ਹਾਂ, ਵੀ ਮੇਰੇ ਨਾਲ ਵੀ ਵਿਤਕਰਾ ਹੁੰਦਾ ਰਿਹਾ। ਉਹ ਗੱਲਬਾਤ ਸਾਂਝੀ ਕਰਾਂਗੇ। ਕੈਲਗਰੀ ਦੇ ਵਿੱਚ ਇੱਕ ਪੁਲਿਸ ਦੀ ਗੱਡੀ ਖੜੀ ਸੀ ਤੇ ਚੋਰ ਉਹਦੇ ਵਿੱਚੋਂ ਸਮਾਨ ਚੱਕ ਕੇ ਲੈ ਗਏ, ਹੱਥ ਘੜੀਆਂ ਵਗੈਰਾ। ਪੁਲਿਸ ਕੁਛ ਅਪੀਲ ਕਰ ਰਹੀ ਹੈ ਲੋਕਾਂ ਨੂੰ, ਉਹ ਸਾਂਝੀ ਕਰਾਂਗੇ। ਐਡਮਿੰਟਨ ਦੇ ਵਿੱਚ ਸਾਈਕਲਾਂ ਦੀ ਚੋਰੀ ਨੂੰ ਰੋਕਣ ਦੇ ਲਈ ਯਤਨ ਕੀਤੇ ਜਾ ਰਹੇ ਤੇ ਕਾਫੀ ਕਾਮਯਾਬ ਵੀ ਹੋਏ ਆ। ਅਮਰੀਕਾ ਦੇ ਪੀਣ ਵਾਲੇ ਪਾਣੀ ਦੇ ਵਿੱਚ ਹਾਨੀਕਾਰਕ ਕੈਮੀਕਲ ਨਿਕਲੇ ਆ, ਇਹ ਕੀ ਮਾਮਲਾ ਆ, ਇਹ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਅਮਰੀਕਾ ਦੇ ਵਿੱਚ ਇੰਟਰਸਟ ਰੇਟ ਕੱਲ੍ਹ ਫੇਰ ਵੱਧ ਗਏ ਆ। ਅਮਰੀਕਾ 'ਚ ਵਧੇ ਆ, ਇੰਗਲੈਂਡ 'ਚ ਵਧੇ ਆ, ਕੈਨੇਡਾ 'ਚ ਵਧੇ ਆ। ਹਾਲਤ ਲਗਭਗ ਇੱਕੋ ਜਿਹੀ ਆ। ਉਹਦੇ ਬਾਰੇ ਅਮਰੀਕਾ ਬਾਰੇ ਵੀ ਅੱਜ ਗੱਲਬਾਤ ਆਪਾਂ ਖਾਸ ਤੌਰ 'ਤੇ ਤੁਹਾਡੇ ਨਾਲ ਕਰਨੀ ਆ। ਸਭ ਤੋਂ ਪਹਿਲੀ ਖਬਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਨੀ ਲਾਂਡਰਿੰਗ ਦੀ ਜਿਹੜੀ ਰਿਪੋਰਟ ਆਈ ਆ। ਫਾਰਮਰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਜਸਟਿਸ ਆਸਟਨ ਕਲਨ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਆ। 101 ਰੈਕਮੈਂਡੇਸ਼ਨ ਉਹਦੇ ਵਿੱਚ ਦਿੱਤੀਆਂ ਕਿ ਕਿਸ ਤਰੀਕੇ ਦੇ ਨਾਲ ਮਨੀ ਲਾਂਡਰਿੰਗ ਨੂੰ ਹਟਾਇਆ ਜਾ ਸਕਦਾ ਪ੍ਰੋਵਿੰਸ ਦੇ ਵਿੱਚੋਂ। ਬਹੁਤ ਸਾਰੀਆਂ ਉਹਨਾਂ ਨੇ ਗੱਲਾਂ ਦੱਸੀਆਂ ਇਸ ਮਨੀ ਲਾਂਡਰਿੰਗ ਦੀ ਰਿਪੋਰਟ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹਨੂੰ ਸਾਰੇ ਨੂੰ ਠੀਕ ਠਾਕ ਕੀਤਾ ਜਾ ਸਕਦਾ। 2019 ਦੇ ਵਿੱਚ ਹੁਣ ਦੇ ਪ੍ਰੀਮੀਅਰ ਜੌਨ ਹੌਰਗਨ ਹੋਰਾਂ ਨੇ ਕਮਿਸ਼ਨ ਬਿਠਾਇਆ ਸੀ। ਉਹ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਇੱਦਾਂ ਆਈਆਂ ਸੀ ਕਿ ਡਰੱਗ ਆਉਂਦੀ ਆ ਇਲੀਗਲ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਡਰੱਗ ਦੇ ਵਿੱਚੋਂ ਪੈਸਾ ਬਣਦਾ, ਉਹ ਪੈਸੇ ਨੂੰ ਇੱਕ ਨੰਬਰ ਦਾ ਕਰਨ ਦੇ ਲਈ ਕਸੀਨੋ 'ਚ ਜਾਂਦੇ ਆ ਲੋਕ। ਔਰ ਥੋੜ੍ਹਾ ਪੈਸਾ ਨਹੀਂ, 20 ਦੀਆਂ, ਜਿੱਦਾਂ ਇਹਨਾਂ ਨੇ ਜਸਟਿਸ ਕਲਨ ਨੇ ਵੀ ਗੱਲਬਾਤ ਕਹੀ ਆ ਕਿ ਥਈਆਂ 20 ਡਾਲਰ ਦੀਆਂ ਇਕੱਠੀਆਂ ਕਰਕੇ ਉੱਤੇ ਰਬੜਾਂ ਪਾ ਕੇ ਤਾਂ ਲਿਜਾਈਆਂ ਜਾਂਦੀਆਂ। ਹਾਕੀ ਬੈਗ, ਕਿੰਨੇ ਬੈਗ, ਗਰੋਸਰੀ ਵਾਲੇ ਬੈਗ ਭਰ ਭਰ ਕੇ ਕਸੀਨੋ ਦੇ ਵਿੱਚ ਜਾਂਦੇ ਸੀ। ਉੱਥੇ ਜਾ ਕੇ ਉਹ ਜਿਹੜੀਆਂ ਚਿਪਸ ਬਾਏ ਕਰ ਲੈਂਦੇ ਆ, ਜਿਹਦੇ ਨਾਲ ਉਹ ਖੇਲਿਆ ਜਾਂਦਾ ਆ, ਕਸੀਨੋ ਖੇਡਦੇ ਆ, ਥੋੜ੍ਹੇ ਬਹੁਤਾ ਖੇਡ ਕੇ ਬਾਕੀ ਸਾਰਾ ਪੈਸਾ ਉਹ ਡਰਾਫਟ ਜਾਂ ਕਿਸੇ ਚੈੱਕ ਦੇ ਰੂਪ ਦੇ ਵਿੱਚ ਲਿਆ ਕੇ ਬੈਂਕ ਦੇ ਵਿੱਚ ਉਹਨੂੰ ਚਿੱਟਾ ਕਰ ਲੈਂਦੇ, ਵਾਈਟ ਹੋ ਜਾਂਦਾ। ਬਹੁਤ ਲੰਬਾ ਸਮਾਂ ਇਹ ਗੱਲਬਾਤ ਚੱਲਦੀ ਰਹੀ। ਫਿਰ ਇਹਦੇ ਉੱਤੇ BC ਸਰਕਾਰ ਨੇ ਵੀ ਪਾਬੰਦੀਆਂ ਲਾਈਆਂ, ਕਸੀਨੋ ਦੇ ਉੱਤੇ ਬਹੁਤ ਕੁਛ ਹੋਇਆ। ਪਰ ਹੁਣ ਇਹ ਰਿਪੋਰਟ ਦੇ ਵਿੱਚ ਕਾਫੀ ਕੁਛ ਜਿਹੜਾ ਜ਼ਿਕਰ ਕੀਤਾ ਗਿਆ। ਫਿਰ ਉਹ ਜਿਹੜਾ ਪੈਸਾ ਆ ਕਿੱਦਾਂ ਬਾਹਰ ਆਉਂਦਾ ਅਤੇ ਰੀਅਲ ਸਟੇਟ ਮਾਰਕੀਟ ਦੇ ਵਿੱਚ ਕਿੱਦਾਂ ਲੱਗਦਾ ਅਤੇ ਇਹ ਘਰਾਂ ਦੀਆਂ ਕੀਮਤਾਂ ਨੂੰ ਕਿੱਦਾਂ ਉੱਪਰ ਚੁੱਕਦਾ। ਸੋ ਇੱਕ ਪਾਸੇ ਸਮਗਲਿੰਗ, ਨਸ਼ਾ, ਬਲੈਕ ਮਨੀ, ਕਸੀਨੋ ਅਤੇ ਰੀਅਲ ਸਟੇਟ ਮਾਰਕੀਟ, ਸਾਰਾ ਕੁਛ ਕਿਤੇ ਨਾ ਕਿਤੇ ਇੱਕ ਦੂਜੇ ਨਾਲ ਜੁੜਦਾ ਸੀ। ਪਰ ਰਿਪੋਰਟ ਦੇ ਵਿੱਚ ਕੱਲ੍ਹ ਆਸ ਕੀਤੀ ਜਾ ਰਹੀ ਸੀ ਕਿ ਕੁਛ ਬਹੁਤ ਵੱਡੇ ਨਾਂ ਸਾਹਮਣੇ ਆ ਸਕਦੇ ਕਿ ਫਲਾਣੇ MLA ਜਾਂ ਫਲਾਣੇ ਮਿਨਿਸਟਰ ਇਹਦੇ ਵਿੱਚ ਜ਼ਿੰਮੇਵਾਰ ਸੀਗੇ। ਉਹਨਾਂ ਨੇ ਕਿਹਾ ਕਿ ਜਿਹਨਾਂ ਨੇ ਉਹਨਾਂ ਨੂੰ ਕੁਛ ਕਰਨਾ ਚਾਹੀਦਾ ਸੀ ਉਹ ਉਹਨਾਂ ਨੇ ਨਹੀਂ ਕੀਤਾ। ਪਰ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਦੀ ਵੀ ਇਨਵੋਲਵਮੈਂਟ ਇਹਦੇ ਵਿੱਚ ਸੀਗੀ। ਹੁਣ ਇਹਨੂੰ ਰੋਕਿਆ ਜਾ ਨਹੀਂ ਸਕਦਾ। ਕਿਸ ਤਰੀਕੇ ਦੇ ਨਾਲ ਕੀ ਕੀਤਾ ਜਾ ਸਕਦਾ, ਕਾਨੂੰਨ ਕਿੰਨੇ ਕੁ ਬਦਲੇ ਜਾ ਸਕਦੇ ਆ। ਦੂਜੀ ਗੱਲਬਾਤ ਇਹ ਵੀ ਕਹੀ ਆ ਉਹਨਾਂ ਨੇ ਕਿ ਜਿਹੜਾ ਮਨੀ ਲਾਂਡਰਿੰਗ, ਇਲੀਗਲ ਮਨੀ ਇੱਥੇ ਆਉਂਦੀ ਆ, ਇਹ ਰੀਅਲ ਸਟੇਟ ਮਾਰਕੀਟ ਦੇ ਵਾਧੇ ਲਈ ਇੰਨੀ ਜ਼ਿੰਮੇਵਾਰ ਨਹੀਂ ਆ। ਦੂਜੀ ਗੱਲ, ਕਿੰਨੀ ਮਨੀ ਲਾਂਡਰ ਹੁੰਦੀ ਆ, ਕਿੰਨੀ ਮਨੀ ਇੱਥੇ ਆਉਂਦੀ ਆ, ਕਿੰਨਾ ਪੈਸਾ ਇੱਥੇ ਆ ਕੇ 2 ਨੰਬਰ ਦੇ ਵਿੱਚ ਜਿਹੜਾ ਵਾਈਟ ਹੁੰਦਾ ਆ, ਇਹਦਾ ਉਹ ਕਹਿੰਦੇ ਅੰਦਾਜ਼ਾ ਕੋਈ ਨਹੀਂ ਲਾਇਆ ਜਾ ਸਕਦਾ। ਬਿਲੀਅਨ ਦੇ ਵਿੱਚ, ਨਾਲ ਬਿਲੀਅਨ ਦੇ ਵਿੱਚ ਉਹ ਕਹਿੰਦੇ ਇਹ ਅਮਾਊਂਟ ਹੈਗੀ ਆ। ਸੋ ਪੈਰਲਰ ਇੱਕ ਇਕੋਨਮੀ ਸਰਕਾਰ ਦੇ ਬਰਾਬਰ ਚੱਲ ਰਹੀ ਆ ਬਲੈਕ ਮਾਰਕੀਟ ਦੀ। ਉਹਨੂੰ ਰੋਕਣ ਦਾ ਯਤਨ, ਇਹ ਜਸਟਿਸ ਕਲਨ ਦੀ ਰਿਪੋਰਟ, ਇਹਦੇ ਵਿੱਚ ਬਹੁਤ ਕੁਛ ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਜਿਹੜਾ ਇਹ ਕ੍ਰਿਮੀਨਲ ਕੈਸ਼ ਇੱਥੇ ਆਉਂਦਾ ਆ ਇਸ ਤਰੀਕੇ ਦੇ ਨਾਲ, ਜਿਹਨੂੰ ਹਵਾਲੇ ਦੇ ਪੈਸੇ ਕਹਿੰਦੇ ਆ, ਵੀ ਉਹ ਕਿੰਨੇ ਆਉਂਦੇ ਇਹਦੇ ਬਾਰੇ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਹਾਲਾਂਕਿ ਉਹ ਜਿਹੜੇ ਬੜੇ ਉੱਚੇ ਅਹੁਦੇ ਦੇ ਉੱਤੇ ਬੈਠੇ ਉਹਨਾਂ ਨੂੰ ਸਾਰੇ ਉਹਨਾਂ ਦੇ ਕੋਲ ਸੋਰਸਿਸ ਆ, ਸਾਰਾ ਕੁਛ ਉਹਨਾਂ ਨੇ ਕੀਤਾ ਇੰਨਾ ਲੰਬਾ ਸਮਾਂ ਲਾ ਕੇ, ਪਰ ਉਹ ਕਹਿੰਦੇ ਇਹਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਵੀ ਇਹ ਕਿੰਨਾ ਆ। ਹੁਣ ਸਰਕਾਰ ਬੇਬਸ ਆ ਇਹਦਾ ਅੰਦਾਜ਼ਾ ਲਾਉਣ ਤੋਂ ਲਈ, ਜਾਂ ਸਰਕਾਰ ਜਿਹੜਾ ਕਮਿਸ਼ਨ ਬਿਠਾ ਰਹੀ ਹੈ ਉਹਦੇ ਕੋਲੋਂ ਨਹੀਂ ਪਤਾ ਲੱਗ ਰਿਹਾ। ਪਰ ਇਹਨਾਂ ਉਹਨਾਂ ਨੇ ਦੱਸ ਦਿੱਤਾ ਕਿ ਮਿਲੀਅਨ 'ਚ ਨਹੀਂ, ਇਹ ਬਿਲੀਅਨਸ ਦੇ ਵਿੱਚ। ਉਹ ਕਹਿੰਦੇ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਆ, ਸੀਰੀਅਸ ਟੈਂਸ਼ਨ ਇਸ ਮਨੀ ਲਾਂਡਰਿੰਗ ਨੂੰ ਚਾਹੀਦੀ ਆ। ਜਿੰਨੇ ਜਿਹੜੇ ਗਲਤ ਤਰੀਕੇ ਦਾ ਪੈਸਾ ਬ੍ਰਿਟਿਸ਼ ਕੋਲੰਬੀਆ ਦੀ ਇਕੋਨਮੀ ਦੇ ਵਿੱਚ ਹਰ ਸਾਲ ਆਉਂਦਾ ਆ ਅਤੇ ਇਹਦਾ ਲੋਕਾਂ ਦੇ ਜੀਵਨ ਦੇ ਉੱਤੇ ਸਿੱਧਾ ਅਸਰ ਪੈਂਦਾ ਆ। ਇਹ ਕਿੱਥੋਂ ਆ ਰਿਹਾ ਆ। ਦੂਜਾ, ਇਹਦੇ ਨਾਲ
क्राइम ਵੱਧਦਾ ਆ ਤੇ ਕਿਸ ਤਰ੍ਹਾਂ ਕਮਿਊਨਿਟੀਜ਼ ਜਿਹੜੀਆਂ ਉਹ ਤਬਾਹ ਹੁੰਦੀਆਂ, ਫਿਰ ਇਹਦੇ ਉੱਤੇ ਵੀ ਇਸ ਰਿਪੋਰਟ ਦੇ ਵਿੱਚ ਲੰਬੀ ਗੱਲਬਾਤ ਕੀਤੀ ਗਈ ਆ। ਰეკਮੈਂਡੇਸ਼ਨ ਇਹ ਵੀ ਕੀਤੀ ਆ ਉਹਨਾਂ ਨੇ ਖਾਸ ਤੌਰ 'ਤੇ, ਇੱਕ ਜਿਹੜੀ ਖਾਸ ਉਹਦੀ ਰეკਮੈਂਡੇਸ਼ਨ ਆ ਕਿ ਇੱਕ ਡੈਡੀਕੇਟਡ ਪ੍ਰੋਵਿੰਸ਼ੀਅਲ ਮਨੀ ਲਾਂਡਰਿੰਗ ਇੰਟੈਲੀਜੈਂਸ ਐਂਡ ਇਨਵੈਸਟੀਗੇਸ਼ਨ ਯੂਨਿਟ ਬਣਾਇਆ ਜਾਵੇ। ਸੋ ਜਿਹੜਾ ਇੱਕ ਯੂਨਿਟ ਹੋਊਗਾ ਕਿ ਪ੍ਰੋਵਿੰਸ਼ੀਅਲ ਮਨੀ ਲਾਂਡਰਿੰਗ ਇੰਟੈਲੀਜੈਂਸ ਐਂਡ ਇਨਵੈਸਟੀਗੇਸ਼ਨ ਯੂਨਿਟ ਬਣਾਇਆ ਜਾਵੇ, ਉਹ ਫਿਰ ਇਹ ਸਾਰੇ ਕੁਛ ਨੂੰ ਦੇਖੇ। ਇਹ ਚੱਲਦੀ ਸਰਕਾਰ ਦੇ ਬਾਕੀ ਮਹਿਕਮਿਆਂ ਦੇ ਨਾਲ ਰਲਾ ਕੇ ਇਹਨੂੰ ਦੇਖੀ ਜਾਣਾ ਕ੍ਰਾਈਮ ਦੇ ਪੱਖ ਤੋਂ, ਇਹ ਉਹਨਾਂ ਦੇ ਵੱਸ ਦੇ ਵਿੱਚ ਨਹੀਂ ਆ। ਤੇ ਇਹ ਮੁੜ ਕੇ ਜਿਹੜਾ ਇਹ ਯੂਨਿਟ ਬਣਾਇਆ ਜਾਵੇ, ਇੰਡੀਪੈਂਡੈਂਟ ਯੂਨਿਟ ਹੋਵੇ, ਇਹ ਕੰਬਾਈਨਡ ਫੋਰਸਿਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਦੇ ਨਾਲ ਰਲ ਕੇ ਕੰਮ ਕਰੇ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜਿਹੜਾ ਇਹ ਚੱਲੇ, ਤੇ ਫਿਰ ਇਹਦੇ ਨਾਲ ਕੁਛ ਨਾ ਕੁਛ ਹੋ ਸਕਦਾ। ਜਿਹੜੀ ਇੰਟੈਲੀਜੈਂਸ ਸਪੈਸ਼ਲ ਯੂਨਿਟ ਦੀ ਇਕੱਠੀ ਕੀਤੀ ਜਾਵੇ, ਇਹ ਜਿਹੜੀ ਫਿਨਟਰੈਕ ਦੀ ਜਿਹੜੀ ਇੰਟੈਲੀਜੈਂਸ ਫਿਨਟਰੈਕ ਦੁਆਰਾ ਆਉਂਦੀ ਆ, ਉਹ ਇੰਨੀ ਫੈਡਰਲ ਏਜੰਸੀ ਜਿਹੜੀ ਰਿਸਪੌਂਸੀਬਲ ਆ ਇਹ ਸਾਰੇ ਮਨੀ ਲਾਂਡਰਿੰਗ ਦੇ ਮਾਮਲੇ ਨੂੰ ਦੇਖਣ ਦੇ ਲਈ, ਉਹ ਕਹਿੰਦੇ ਉਹ ਐਨਫ ਨਹੀਂ ਆ। ਹੋਰ ਕੁਛ ਇਹਦੇ ਲਈ ਲਾ ਇਨਫੋਰਸਮੈਂਟ ਬਾਡੀਜ਼ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਫਿਨਟਰੈਕ ਦੇ ਉੱਤੇ ਰਿਲਾਈ ਨਹੀਂ ਕਰ ਸਕਦੀਆਂ। ਸੋ ਦੂਜਾ, ਜਿਹੜੇ ਅਟਾਰਨੀ ਜਨਰਲ ਨੇ ਸਾਡੇ ਡੇਵਿਡ ਡੇਬੀ, ਉਹਨਾਂ ਨੇ ਜੀ ਆਇਆਂ ਕਿਹਾ ਇਸ ਰਿਕਮੈਂਡੇਸ਼ਨ ਨੂੰ, ਧੰਨਵਾਦ ਕੀਤਾ ਜਸਟਿਸ ਕਲਨ ਦਾ, ਉਹਨਾਂ ਦੀ ਟੀਮ ਦਾ, ਪੂਰੇ ਜਿਹੜਾ ਉਹਨਾਂ ਦਾ ਯੂਨਿਟ ਸੀਗਾ। 133 ਦਿਨ ਲੱਗੇ ਸਾਰੀ ਰਿਪੋਰਟ 133 ਹੀਅਰਿੰਗ ਹੋਈਆਂ ਇਹਦੇ ਵਿੱਚ, 199 ਵਿਟਨੈਸ ਦੇਖੇ ਗਏ, ਹਜ਼ਾਰਾਂ ਹੀ ਘੰਟੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਲੱਗਿਆ ਤੇ ਉਹਦੇ ਤੋਂ ਬਾਅਦ ਜਾ ਕੇ ਉਹਨਾਂ ਨੇ ਇਹ ਇਵੈਲੂਏਸ਼ਨ ਕਰਕੇ ਇਹ ਗੱਲਬਾਤ ਸਾਹਮਣੇ ਲਿਆਂਦੀ ਆ ਕਿ ਆਹ ਅਸਲ ਦੇ ਵਿੱਚ ਜਿਹੜਾ ਕਾਰਨ ਆ। ਤੇ ਇਹਦਾ ਰਿਲੇਸ਼ਨ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹਦਾ ਹਾਊਸਿੰਗ ਮਾਰਕੀਟ ਦੇ ਨਾਲ ਕਿੰਨਾ ਕੁ ਰਿਲੇਸ਼ਨ ਆ, ਕਿਉਂਕਿ ਕਿਹਾ ਇਹ ਜਾਂਦਾ ਸੀ ਕਿ 2 ਨੰਬਰ ਦਾ ਪੈਸਾ ਆਉਂਦਾ, 2 ਨੰਬਰ ਦਾ ਪੈਸਾ ਇੱਥੇ ਆ ਕੇ ਘਰਾਂ ਦੇ ਘਰ ਲੈ ਕੇ ਖਾਲੀ ਛੱਡੀ ਜਾਂਦੇ ਆ ਤੇ ਅਲਟੀਮੇਟਲੀ ਇੱਥੇ ਦੇ ਲੋਕਾਂ ਦਾ ਰਹਿਣਾ ਮੁਸ਼ਕਲ ਹੋਇਆ। ਸੋ ਇਸੇ ਤਰ੍ਹਾਂ ਹੀ ਇਹ ਵੀ ਕਿਹਾ ਕਿ ਇਹ ਰਿਪੋਰਟ ਸਿਰਫ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਲਈ ਜ਼ਰੂਰੀ ਨਹੀਂ ਆ। ਸਾਡੇ ਮਾਨਯੋਗ ਪ੍ਰੀਮੀਅਰ ਜੌਨ ਹੌਰਗਨ ਹੋਰੀ ਇਹ ਕਮਿਸ਼ਨ ਬਿਠਾਇਆ ਸੀ ਤੇ ਉਹ ਹੁਣ ਕਿਹਾ ਗਿਆ ਕਿ ਇਹ ਸਿਰਫ ਪ੍ਰੋਵਿੰਸ਼ੀਅਲ ਸਰਕਾਰ ਦੇ ਲਈ ਬਹੁਤੀ ਮਤਲਬ ਇੰਪੋਰਟੈਂਟ ਨਹੀਂ ਹੈ, ਸਗੋਂ ਫੈਡਰਲ ਸਰਕਾਰ ਦੇ ਲਈ ਵੀ ਉਨੀ ਮਹੱਤਵਪੂਰਨ ਰਿਪੋਰਟ ਆ ਜਿਹੜੀ ਇਹ ਸਾਰਾ ਕੁਛ ਦੱਸਦੀ ਹੈ, ਕਿਉਂਕਿ ਕੰਮ ਤੇ ਅਲਟੀਮੇਟਲੀ ਉਹਨਾਂ ਨੇ ਵੀ ਇਹੀ ਕਰਨਾ। ਇਸ ਮਾਮਲੇ ਦੇ ਵਿੱਚ ਜਿਹੜੀਆਂ ਡਰੱਗ ਟ੍ਰੈਫਿਕਿੰਗ ਦੀਆਂ ਰਿਪੋਰਟਸ ਆਉਂਦੀਆਂ ਸੀਗੀਆਂ, ਕ੍ਰਿਮੀਨਲ ਮਨੀ ਲਾਂਡਰ ਕਰਦੇ ਸੀਗੇ, ਇਹ ਸਾਰਾ ਕੁਛ ਉਹਨੂੰ ਸਾਰੇ ਕੁਛ ਨੂੰ ਦੇਖਦੇ ਹੋਏ, ਕਿਉਂਕਿ ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਹਜੇ ਕਰ ਰਹੀ ਸੀ ਕਿ ਬਹੁਤ ਸਾਰੀਆਂ ਨਿਊਜ਼ ਏਜੰਸੀਆਂ ਨੇ ਉਹਨਾਂ ਕਸੀਨੋ ਦੇ ਵਿੱਚ ਵੀਡੀਓ ਬਣਾ ਕੇ ਆਪ ਜਾ ਕੇ ਆਪ ਉਸ ਤਰੀਕੇ ਦੇ ਨਾਲ ਉੱਥੇ ਜੂਆ ਖੇਡ ਕੇ ਤਾਂ ਇਹ ਸਿੱਧ ਕਰ ਦਿੱਤਾ ਸੀ ਵੀ ਇਸ ਤਰੀਕੇ ਦੇ ਨਾਲ 2 ਨੰਬਰ ਦਾ ਪੈਸਾ 1 ਨੰਬਰ ਦੇ ਵਿੱਚ ਕਨਵਰਟ ਹੋ ਰਿਹਾ। ਫਿਰ ਗੱਲ ਸਾਡੀ ਅਸੈਂਬਲੀ ਦੇ ਵਿੱਚ ਵੀ ਉੱਠੀ ਸੀ ਕਿ ਵਿਕਟੋਰੀਆ ਦੇ ਵਿੱਚ ਕਿ ਜੇ ਇੱਕ ਮੀਡੀਆ ਵਾਲੇ ਜਾ ਕੇ ਉੱਥੇ ਸਾਰਾ ਕੁਛ ਆਪ ਤੁਹਾਨੂੰ ਦੱਸ ਸਕਦੇ ਆ ਤਾਂ ਤੁਸੀਂ ਕੀ ਕਰਦੇ, ਤੁਹਾਡੇ ਜਿਹੜੇ ਲਾ ਇਨਫੋਰਸਿੰਗ ਯੂਨਿਟਸ ਨੇ ਉਹ ਕੀ ਕਰਦੇ ਆ। ਤੇ ਫਿਰ ਉਹਦੇ ਤੋਂ ਬਾਅਦ 2019 ਦੇ ਵਿੱਚ ਅਲਟੀਮੇਟਲੀ ਇਹ ਪ੍ਰੀਮੀਅਰ ਜੌਨ ਹੌਰਗਨ ਨੇ ਜਦੋਂ NDP ਦੀ ਸਰਕਾਰ ਆਈ ਹੈ ਬਾਅਦ ਦੇ ਵਿੱਚ, ਤੇ ਇਹਨਾਂ ਨੇ ਫਿਰ ਇਹ ਰਿਪੋਰਟ ਮੰਗੀ ਸੀ, ਇਹ ਬਣਾਈ ਸੀ। ਤੇ ਕਸੀਨੋ ਦੇ ਵਿੱਚ 2014 ਦੇ ਵਿੱਚ ਇਕੱਲੇ ਬ੍ਰਿਟਿਸ਼ ਕੋਲੰਬੀਆ ਕਸੀਨੋ ਦੇ ਵਿੱਚ ਹੀ 1.2 ਬਿਲੀਅਨ ਕੈਸ਼ ਟ੍ਰਾਂਜੈਕਸ਼ਨਸ ਹੋਈਆਂ। 1.2 ਬਿਲੀਅਨ ਇੱਕ ਸਾਲ ਦੇ ਵਿੱਚ ਇਕੱਲੇ BC ਦੇ ਕਸੀਨੋਜ਼ ਦੇ ਵਿੱਚ, ਜਿਹੜੀਆਂ ਮਤਲਬ 10,000 ਤੋਂ ਜ਼ਿਆਦਾ ਆ, ਜਿਹਦੇ ਵਿੱਚ 1881 ਇੰਡੀਵਿਜੂਅਲ ਕੈਸ਼ ਬਾਇਨਸ ਸੀਗੀਆਂ, $1,00,000 ਤੋਂ ਵੀ ਜ਼ਿਆਦਾ ਦੀਆਂ। ਸੋ ਇਹ ਰეკਮੈਂਡੇਸ਼ਨ ਜਿਹੜੀਆਂ ਜਿਹੜੇ ਪੀਟਰ ਜਰਮਨ ਨੇ ਉਹਨਾਂ ਨੇ ਬਣਾਈਆਂ ਸੀਗੀਆਂ, ਉਹਨਾਂ ਨੇ ਪਹਿਲਾਂ ਹੀ ਦੱਸਿਆ ਸੀ ਕਿ ਜੋ ਕੁਛ ਇੱਥੇ ਇਹ ਕੈਸ਼ ਦੇ ਨਾਲ, ਇਸੇ ਡਰੱਗ ਦੇ ਨਾਲ ਹੋ ਰਿਹਾ ਆ, ਹੁਣ ਉਹਦੇ ਵਿੱਚ ਅੱਗੇ ਜਾ ਕੇ ਇਹ ਸਾਰਾ ਕੁਛ ਨਵੀਆਂ ਜਿਹੜੀਆਂ ਗੱਲਾਂ ਬਾਤਾਂ, ਨਵੀਆਂ ਰეკਮੈਂਡੇਸ਼ਨ ਸਾਹਮਣੇ ਆਈਆਂ ਆ। ਤੇ ਇਹ ਐਸੈਟਸ ਇਹ ਕਿੰਨੇ ਆਉਂਦੇ ਆ ਇਹਨਾਂ ਬਾਰੇ ਕੁਝ ਵੀ ਪਤਾ ਨਹੀਂ ਲਾ ਸਕਦੇ, ਪਰ ਫਿਰ ਵੀ ਉਹ ਕਹਿੰਦੇ ਫੇਲਰ ਹੈਗਾ ਸਾਡੇ ਇਲੈਕਟਡ ਅਫੀਸ਼ੀਅਲਸ ਦਾ, ਜਿਹੜੇ ਸਾਡੇ MLA ਸੀਗੇ ਉਹਨਾਂ ਦਾ ਫੇਲਰ ਆ, ਉਹਨਾਂ ਦੇ ਉਹ ਫੇਲ ਹੋਇਆ ਇਸ ਗੱਲ ਦੇ ਉੱਤੇ। ਪਰ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਤਰੀਕੇ ਨਾਲ ਕਿਸੇ ਦੀ ਵੀ ਇਹਦੇ ਵਿੱਚ ਇਨਵੋਲਵਮੈਂਟ ਸੀਗੀ ਜਾਂ ਕੋਈ ਕਰਪਸ਼ਨ ਸੀਗੀ ਜਾਂ ਕੋਈ ਇਸ ਕਿਸਮ ਦਾ ਸੀਗਾ, ਇਹ ਕੋਈ ਵੀ ਇਹਦੇ ਵਿੱਚੋਂ ਗੱਲਬਾਤ ਸਾਹਮਣੇ ਨਹੀਂ ਆਈ। ਪਰ ਬਹੁਤ ਸਾਰੇ ਭੁਲੇਖੇ ਇਸ ਰਿਪੋਰਟ ਨੇ ਕੱਢ ਦਿੱਤੇ ਆ ਤੇ ਸਾਰੀ ਦੀ ਸਾਰੀ ਤਸਵੀਰ ਲਿਆ ਕੇ ਸਾਹਮਣੇ ਰੱਖ ਦਿੱਤੀ। ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹਨੂੰ ਖੁੱਲ੍ਹ ਕੇ ਹੋਰ ਡਿਸਕਸ ਕੀਤਾ ਜਾਊਗਾ, ਹੋਰ ਇਹਦੀਆਂ ਰੈਕਮੈਂਡੇਸ਼ਨ ਸਾਹਮਣੇ ਆਉਣਗੀਆਂ, ਤਾਂ ਉਹਦੇ ਤੋਂ ਬਾਅਦ ਫਿਰ ਅਲਟੀਮੇਟਲੀ ਇਸ ਸਮੱਸਿਆ ਦਾ ਹੱਲ ਲੱਭਿਆ ਜਾ ਸਕਦਾ। ਕੱਲ੍ਹ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ ਸੀਗੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘਰਾਂ ਦੀ ਮਾਰਕੀਟ ਬਾਰੇ, ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਬਾਰੇ। ਘਰਾਂ ਦੀਆਂ ਕੀਮਤਾਂ ਥੱਲੇ ਗਈਆਂ 7%, ਕਿਤੇ 10%, ਕਿਤੇ ਜ਼ਿਆਦਾ, ਕਿਤੇ ਘੱਟ। ਸੇਲ 35% ਤੱਕ ਕਹਿੰਦੇ ਥੱਲੇ ਚਲੇ ਗਈ ਆ। ਪਰ ਦੂਜੇ ਪਾਸੇ ਰੈਂਟ ਲਗਾਤਾਰ ਵੱਧ ਰਿਹਾ ਤੇ ਇਹ ਪਿੱਛੇ ਜੇ ਥੋੜ੍ਹਾ ਚਿਰ ਰੁਕਿਆ ਸੀ, ਪਰ ਉਹਦੇ ਤੋਂ ਬਾਅਦ ਹੁਣ ਫਿਰ ਕਿਰਾਏ ਬ੍ਰਿਟਿਸ਼ ਕੋਲੰਬੀਆ ਖਾਸ ਕਰ ਵੈਨਕੂਵਰ ਦੇ ਵਿੱਚ ਵਧਣੇ ਸ਼ੁਰੂ ਹੋ ਗਿਆ ਤੇ ਇੱਥੇ ਤੱਕ ਪਹੁੰਚ ਗਿਆ ਕਿ ਇੱਕ ਨਵਾਂ ਬੰਦਾ ਜਿਹੜਾ ਘਰ ਲੈਣ ਬਾਰੇ ਸੋਚਦਾ ਸੀ, ਘਰ ਉਹਦੇ ਕੋਲੋਂ ਲਿਆ ਨਹੀਂ ਜਾਂਦਾ, ਉਹ ਅਫੋਰਡ ਨਹੀਂ ਹੁੰਦਾ। ਤੇ ਹੁਣ ਹਾਲਤ ਇਹ ਹੋ ਗਈ ਆ
कि किराया भी अफोर्ड करना औखा होया पिया। मैट्रो वैनकूवर दे विच खास करके घर लैना एक बहुत वड्डा चैलेंज आ ते अफोर्डेबिलिटी इत्थे दा बहुत वड्डा इशू आ। ते पिछले कुछ महीनों की स्टैगनेशन तो बाद कनेडियन रेंटल मार्केट का सब तो वध एवरेज रेंट जिहड़ा 2019 तो बाद इनक्रीज़ हो रहा वध रहा। जिहड़े वड्डे यूनिट्स सीगे वो एक वड्डा ट्रेंड सीगा पेंडेमिक दे विच, क्योंकि बहुत सारे लोग घरां दे विचों काम करना चाहुंदे सी। जिहड़े मापे सीगे उन्हां नूं स्पेस चाहिदी सी उन्हां दे बच्चों के लिए, क्योंकि उन्हां दे बच्चों ने फुल टाइम घर रहना सी। इस करके उस वेले इस किस्म के घरां दी रेंटल मार्केट उत्ते चले गई। फिर उहदे तो बाद हौली हौली थोड़ा जिहा लोग रिटर्न टू वर्क चले गए, थोड़ा थोड़ा ठीक ठाक होण लग पिया। तो बहुते दफ्तर दे विच लोग काम करन जांदे नहीं सी, अजे भी नहीं जा रहे, हफ्ते दे विच 3 दिन ही काम करन जांदे सीगे। सो उहदे नाल सारा कुछ उपर थल्ले होया एक वारी। हुण इस वेले स्थिति की आ, जेकर तुसीं वैनकूवर दे विच एक बैडरूम की स्वीट लैनी होवे तां उहदा जिहड़ा 20% उत्ते चलेगी, मतलब $2377 इस वेले दसी जा रही है। तो वध भी किसी थां दे उत्ते हो सकती है। $2377 की 1 बैडरूम स्वीट वैनकूवर दे विच, ते 2 बैडरूम चाहिए आ तो 24% उत्ते गई है, वो $3495 की, मतलब $3500 का 2 बैडरूम की स्वीट तुहानूं रेंट के उत्ते इस वेले मिल रही है। और देश के सब तो महंगी आ। $3400 महीने का किराया 2 बैडरूम के जी थां का स्वीट का, जिथे भी किते वो हैगी आ। BC के बाकी शहरों के भी उन्होंने टॉप 10 लिस्ट कढ़ी है कि सब तो वध हालत कित्थे। वैनकूवर तो बाद बर्नबी का नंबर आता 3जे नंबर के उत्ते, तो फिर विक्टोरिया जी 9वें नंबर के उत्ते आउंदी। सारियां जिहड़ियां प्रॉपर्टी किस्मां ने वैनकूवर दे विच सब तो ज़्यादा मंथली रेंटल रेट हैगा। पहले 5 महीनों के ऐसे साल के जेकर देखा जाए, विनीपैग दे विच सब तो सस्ता है कैनेडा दे विच। $1780 के नाल एक सिंगल फैमिली हाउस, सिंगल फैमिली घर जिहड़ा है उत्थे किराए ते मिल जांदा। ते वैनकूवर दे विच उही लेना होवे जिहड़ा $1780 का विनीपैग दे विच मिलदा आ, वो वैनकूवर दे विच $4494 यानी कि $4500 का मिल रहा। एडा वड्डा फर्क कैनेडा के इन्हां थावां दे उत्ते किराए दे विच आ। सो जिथे जिहड़े लोग नहीं घर लैंदे सी जां लैण दा नहीं अफोर्ड करते सी, उन्होंने लगता सी किराए के उत्ते रही जाने, तो हुण किराए के उत्ते रहना अपना घर लैण नालों भी महंगा पै रहा कुछ थावां दे उत्ते। एडमिंटन दे विच एवरेज मंथली रेंटल जिहड़ा रेट आ वो बहुत घट आ, सब तो घट आ बेसिकली। अपार्टमेंट उत्ते $1357 पर मंथ के उत्ते मिल जाता, तो वैनकूवर दे विच $3188 पर मंथ के उत्ते अपार्टमेंट मिलता। सो वैनकूवर का तो इत्थे दा अपार्टमेंट का रेट भी आ। रजाइना दे विच एवरेज मंथली रेंटल रेट बहुत घट आ, उत्थे अपार्टमेंट का $993 महीने के उत्ते मिल जाता। तो वैनकूवर दे विच ओडा ही जिहड़ा अपार्टमेंट आ $2661 के उत्ते मिलता। सस्काटून दे विच भी जिहड़ा लोएस्ट एवरेज मंथली रेंटल रेट हैगा आ एक बेसमेंट या अपार्टमेंट का $1000 के विच महीना हैगा आ, तो वैनकूवर दे विच ओही $2115 महीना हैगा। सो सारे शहरां दे विच वैनकूवर, नॉर्थ वैनकूवर ये सब तो महंगियां म्यूनसिपैलिटी रहीआं आ, जिथे मतलब 3.87 या 3.62 दोवां दे विच पर स्क्वेयर फीट के हिसाब नाल ये रेंट रहा आ। मई के 2021 के मई 2020 के 22 के विच ये वधिया है 3.55 पर स्क्वेयर फीट जिहड़ा हैगा, उस तो वध के 36 सेंट ये पिछले समय दे विच वध गया। लोग इस वेले परेशान ने। जिहड़ी rental.ca आ उहदे उत्ते तुसीं जाके देख सकते हो कि वैनकूवर कितना महंगा है। सिंगल फैमिली होम चाहे टाउन हाउस आ, कॉन्डो आ, अपार्टमेंट आ जां बेसमेंट स्वीट आ, सब तो महंगा इन्हां थावां दे उत्ते किराया। लोग इस गल तो परेशान ने कि इहदा हल आउण वाले समय दे विच की निकलदा। अंतरराष्ट्रीय स्टूडेंट इत्थे आउंदे आ जां वर्क परमिट दे उत्ते कोई भी व्यक्ति इत्थे आउंदा आ, वो कई बार ये चीज़ देखदा कि किस थां दे उत्ते कैनेडा दे विच पक्के सौखियां होया जा सकदा। हर एक प्रोविंस के अपने नियम ने, कुछ फैडरल सरकार के नियम ने, कुछ प्रोविंस के अपने नियम ने। कुछ प्रोविंस दे विच विद्यार्थियों के लिए PR लैनी सौखी सी जां पक्का लैना पक्का होना सौखा सी। उत्थे पक्का होना सौखा क्यों आ? उत्थे पक्का होना इस करके सौखा आ क्योंकि कैनेडा की सरकार चाहुंदी आ कि वो प्रोविंस, वो सूबे, वो राज जिन्हां दे विच पॉपूलेशन घट आ, उत्थे जाके लोग वसन, उत्थे सौख दे दिंदे आ, ते उत्थे जाके लोग सौखे पक्के होकर उत्थे रहन लग जांदे आ, ते आबादी जिहड़ी आ इक्वल डिस्ट्रीब्यूट हो जाती है। नहीं तो सारे लोग टोरंटो, वैनकूवर इन्हां थावां दे उत्ते आ रहे आ। इत्थे पक्का होना थोड़ा जिहा मुश्किल आ। इत्थों तक कि एक सूबे दे विच भी इलाकिਆਂ ਦੇ ਹਿਸਾਬ ਨਾਲ ਜਿਹੜੇ ਨਿਯਮ ਆ ਉਹ ਵੱਖਰੇ ਵੱਖਰੇ ਹੁੰਦੇ ਆ कि जेकर कोई वैनकूवर ਦੇ ਵਿੱਚ ਰਹਿ ਰਿਹਾ स्टूडेंट ਤਾਂ ਉਹਦੇ ਲਈ पॉइंट होर ने। जेकर थोड़ा जिहा पासे किते रह ਰਿਹਾ जाके ओकनागन ਦੇ ਵਿੱਚ ਜਾਂ ਕਿਸੇ ਹੋਰ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਕਿਸੇ ਹੋਰ ਇਲਾਕੇ ਦੇ ਵਿੱਚ ਰਹਿ ਰਿਹਾ ਤਾਂ ਉਹਦੇ ਵਿੱਚ ਵੀ ਕਈ ਵਾਰੀ ਪੁਆਇੰਟਾਂ ਦਾ ਫਰਕ ਪੈਂਦਾ। ਹੁੰਦਾ ਕੀ ਆ
ਲੋਕ ਬਹੁਤੇ ਆਉਂਦੇ ਆ ਕੇ ਪੜ੍ਹਦੇ ਕਿਤੇ ਆ, ਰਹਿੰਦੇ ਕਿਤੇ ਆ, ਤੇ ਫਿਰ ਪੱਕੇ ਹੋਣ ਦੇ ਲਈ ਕਿਸੇ ਹੋਰ ਸੂਬੇ ਦੇ ਵਿੱਚ ਮੂਵ ਹੋ ਜਾਂਦੇ, ਕਿਸੇ ਹੋਰ ਪ੍ਰੋਵਿੰਸ ਵਿੱਚ ਚਲੇ ਜਾਂਦੇ ਆ। ਇਹ ਇੱਕ ਆਮ ਪ੍ਰੈਕਟਿਸ ਇੱਥੇ ਦੇਖੀ ਗਈ ਹੈ, ਪਰ ਸਰਕਾਰਾਂ ਕਹਿੰਦੀਆਂ ਕਿ ਬੰਦਾ ਸਿੱਧਾ ਉੱਥੇ ਹੀ ਆਵੇ, ਉੱਥੇ ਹੀ ਪੜ੍ਹੇ ਅਤੇ ਉੱਥੇ ਹੀ ਫਿਰ ਮੁੜ ਕੇ ਪੱਕਾ ਹੋ ਕੇ ਰਵੇ। ਉਹਨਾਂ ਦਾ ਯਤਨ ਇਹ ਆ। ਇਸ ਯਤਨ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੇ ਕੁਝ ਨਿਯਮਾਂ ਦੇ ਵਿੱਚ ਤਬਦੀਲੀਆਂ ਕੀਤੀਆਂ। ਨੋਵਾ ਸਕੋਸ਼ੀਆ ਸਰਕਾਰ ਨੇ ਜਿਹੜੀ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸੀ ਦੇ ਇੱਕ ਫਾਸਟ ਟਰੈਕ ਪ੍ਰੋਗਰਾਮ ਸੀ, ਉਹਦੇ ਵਿੱਚ ਇੱਕ ਤਬਦੀਲੀ ਕੀਤੀ ਹੈ। ਉਸ ਤਬਦੀਲੀ ਦਾ ਅਸਰ ਬਹੁਤ ਲੋਕਾਂ ਦੇ ਉੱਤੇ ਹੋਇਆ, ਖਾਸ ਕਰ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸੀਗੇ ਉਹਨਾਂ ਦੇ ਉੱਤੇ ਦਾ ਬਹੁਤ ਸਿੱਧਾ ਅਸਰ ਪਿਆ। ਨੋਵਾ ਸਕੋਸ਼ੀਆ ਐਕਸਪੀਰੀਅੰਸ ਐਕਸਪ੍ਰੈਸ ਐਂਟਰੀ ਪ੍ਰੋਗਰਾਮ NSEEE, ਇਸ ਪ੍ਰੋਗਰਾਮ ਦੇ ਤਹਿਤ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਜਦੋਂ ਪੜ੍ਹਾਈ ਖਤਮ ਕਰ ਲੈਂਦੇ ਨੇ, ਪੜ੍ਹਾਈ ਖਤਮ ਕਰਨ ਤੋਂ ਬਾਅਦ ਨੋਵਾ ਸਕੋਸ਼ੀਆ ਦੇ ਵਿੱਚ ਕੰਮ ਕਰਨ ਦੇ ਲਈ ਅਪਲਾਈ ਕਰਦੇ ਆ। 1 ਸਾਲ ਇੱਥੇ ਕੰਮ ਕਰਦੇ ਆ ਅਤੇ 1 ਸਾਲ ਕੰਮ ਕਰਨ ਤੋਂ ਬਾਅਦ PR ਲੈਣ ਦੇ ਲਈ ਉਹ ਐਲੀਜੀਬਲ ਹੋ ਜਾਂਦੇ ਆ ਅਤੇ ਆਪਣੀ PR ਲੈ ਲੈਂਦੇ ਆ। ਨੋਵਾ ਸਕੋਸ਼ੀਆ ਤੋਂ ਬਾਹਰ ਮੰਨ ਲਓ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ, ਇੱਥੇ ਜਿਹੜਾ 2 ਸਾਲ ਲੱਗ ਜਾਂਦੇ ਆ PR ਦੇ ਲਈ, ਪੜ੍ਹਾਈ ਖਤਮ ਕਰਨ ਤੋਂ ਬਾਅਦ ਉਹਦੇ ਲਈ ਐਲੀਜੀਬਲ ਹੋਣ ਦੇ ਲਈ ਉੱਥੇ ਜਾ ਕੇ ਸਾਲ ਬਚ ਜਾਂਦਾ। ਲੋਕ ਕੀ ਕਰਦੇ ਸੀ, ਜਿਹੜੀ ਲੇਬਰ ਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਆ, ਉਹਨਾਂ ਨੇ 9 ਜੂਨ ਤੋਂ ਇਹ ਫੈਸਲਾ ਕੀਤਾ ਕਿ ਅਸੀਂ ਉਹਨਾਂ ਨੂੰ ਹੀ ਵਰਕ ਪਰਮਿਟ ਦੇਵਾਂਗੇ ਜਿਨ੍ਹਾਂ ਨੇ ਆਪਣੀ ਪੜ੍ਹਾਈ ਨੋਵਾ ਸਕੋਸ਼ੀਆ ਦੇ ਵਿੱਚ ਕੀਤੀ ਹੈ। ਲੋਕ ਕੀ ਕਰਦੇ ਸੀ, ਪੜ੍ਹਦੇ ਕਿਤੇ ਹੋਰ ਸੀ, ਉਹਦੇ ਤੋਂ ਬਾਅਦ ਨੋਵਾ ਸਕੋਸ਼ੀਆ ਦੇ ਵਿੱਚ ਜਾ ਕੇ 1 ਸਾਲ ਕੰਮ ਕਰਕੇ PR ਹੋ ਜਾਂਦੇ ਸੀ। ਹੁਣ ਉਹਨਾਂ ਨੇ ਕਹਿ ਦਿੱਤਾ 9 ਜੂਨ ਤੋਂ ਕਿ ਤੁਸੀਂ ਜਿਹੜੀ ਲੇਬਰ ਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਆ, ਸਿਰਫ ਉਹ ਐਪਲੀਕੈਂਟ ਹੀ, ਉਹਨਾਂ ਨੂੰ ਹੀ ਵਰਕ ਪਰਮਿਟ ਦਿੱਤਾ ਜਾਊਗਾ ਜਿਨ੍ਹਾਂ ਨੇ ਆਪਣੀ ਪੜ੍ਹਾਈ ਨੋਵਾ ਸਕੋਸ਼ੀਆ ਦੇ ਵਿੱਚੋਂ ਪੂਰੀ ਕੀਤੀ ਹੈ। ਹੁਣ ਇਹਦੇ ਨਾਲ ਜਿਹੜੇ ਲੋਕ ਇਹ ਆਸ ਲਾ ਕੇ ਬੈਠੇ ਸੀ ਕਿ ਉੱਥੇ ਜਾ ਕੇ 1 ਸਾਲ ਕੰਮ ਕਰਨ ਤੋਂ ਬਾਅਦ ਪੱਕੇ ਹੋ ਜਾਣਗੇ, ਜਾਂ ਜਿਹੜੇ ਉੱਥੇ ਕੰਮ ਕਰ ਰਹੇ ਸੀ ਕਿ ਪੜ੍ਹ ਅਸੀਂ ਕਿਤੇ ਹੋਰ ਲਿਆ, 1 ਸਾਲ ਕੰਮ ਇੱਥੇ ਕਰਕੇ ਵਰਕ ਪਰਮਿਟ ਲੈ ਲਾਂਗੇ ਅਤੇ ਫਿਰ ਇੱਥੇ ਪੱਕੇ ਹੋ ਜਾਣਗੇ, ਇਹ ਨਿਯਮ ਬਦਲ ਦੇ ਨਾਲ ਸਿੱਧਾ ਉਹਨਾਂ ਦੇ ਉੱਤੇ ਵੀ ਅਸਰ ਪੈ ਗਿਆ। ਬਹੁਤ ਸਾਰੇ ਲੋਕ ਜਿਹਨਾਂ ਨੇ ਗ੍ਰੈਜੂਏਸ਼ਨ ਦੂਜਿਆਂ ਪ੍ਰੋਵਿੰਸਿਸ ਤੋਂ ਕੀਤੀ ਸੀ, ਜਿਹੜੇ ਉਹਨਾਂ ਦੀਆਂ ਐਪਲੀਕੇਸ਼ਨਸ 8 ਜੂਨ ਅੱਧੀ ਰਾਤ ਤੱਕ ਹੀ ਉਹਨਾਂ ਨੇ ਸਵੀਕਾਰ ਕੀਤੀਆਂ। ਉਸ ਤੋਂ ਬਾਅਦ ਵੀ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਪਿਛਲੇ 3-4 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਪੋਪੂਲਰ ਹੋਇਆ ਸੀ। 2019 ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਸੀਗਾ, ਇਹਦੇ ਤਹਿਤ 600 ਦੇ ਕਰੀਬ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਏ ਸੀ, ਜਿਨ੍ਹਾਂ ਤੋਂ ਅੱਧੇ ਤੋਂ ਵੱਧ ਨੇ ਨੋਵਾ ਸਕੋਸ਼ੀਆ ਦੇ ਵਿੱਚ ਹੀ ਪੜ੍ਹਾਈ ਕੀਤੀ ਸੀ। 2021 ਦੇ ਵਿੱਚ ਰੁਝਾਨ ਬਦਲ ਗਿਆ। 1500 ਦੇ ਕਰੀਬ ਅੰਤਰਰਾਸ਼ਟਰੀ ਸਟੂਡੈਂਟ ਜਿਹੜੇ ਵਰਕਰ ਸੀਗੇ ਉੱਥੇ ਕੰਮ ਕਰਨ ਵਾਲੇ, ਉਹਨਾਂ ਦੇ ਵਿੱਚੋਂ ਸਿਰਫ 434 ਜਣਿਆਂ ਨੇ ਨੋਵਾ ਸਕੋਸ਼ੀਆ ਦੇ ਵਿੱਚੋਂ ਆਪਣੀ ਗ੍ਰੈਜੂਏਸ਼ਨ ਕੀਤੀ ਸੀ। ਮਤਲਬ 434 ਸਿਰਫ ਨੋਵਾ ਸਕੋਸ਼ੀਆ 'ਚ ਪੜ੍ਹੇ ਸੀ, ਬਾਕੀ 1500 ਦੇ ਵਿੱਚੋਂ ਸਾਰੇ ਦੇ ਸਾਰੇ ਬਾਕੀ ਸੂਬਿਆਂ ਦੇ ਵਿੱਚੋਂ ਇੱਥੇ ਆਏ ਸੀ, ਅਤੇ ਆਏ ਉਹ ਸਿਰਫ PR ਲੈਣ ਦੇ ਲਈ ਸੀ। ਜਿਹੜੀ ਸਰਕਾਰ ਆ ਉਹਦੇ ਬੁਲਾਰੇ ਦੱਸ ਰਿਹਾ ਇਸ ਵੇਲੇ ਕਿ ਬਹੁਤੇ ਵਿਦਿਆਰਥੀ ਉੱਥੇ ਓਨਟਾਰੀਓ ਦੇ ਵਿੱਚੋਂ ਆਏ ਸੀ, ਅਤੇ ਬਹੁਤੇ ਜਿਹੜੇ ਵੱਖ-ਵੱਖ ਸੈਕਟਰਸ ਦੇ ਵਿੱਚ ਕੰਮ ਕਰ ਰਹੇ ਸੀ। ਹੁਣ ਇਹਦੇ ਤੋਂ ਬਾਅਦ ਜਿਹੜੇ ਲੋਕ ਇਸ ਤਰ੍ਹਾਂ ਸੋਚਦੇ ਸੀ, ਜਾਂ ਜਿਹੜੇ ਘੱਟੋ ਘੱਟ ਉਹ ਲੋਕ ਉਹ ਸਟੂਡੈਂਟ ਜਿਹੜੇ ਖਾਸ ਕਰ ਉੱਥੇ ਕੰਮ ਕਰ ਰਹੇ ਸੀ, ਇਸ ਆਸ ਦੇ ਨਾਲ ਕਿ ਸਾਡਾ ਹੁਣ ਸਾਲ ਪੂਰਾ ਹੋਣ ਵਾਲਾ ਹੈ, ਜਦੋਂ ਸਾਲ ਪੂਰਾ ਹੋ ਗਿਆ ਉਸ ਤੋਂ ਬਾਅਦ ਵਰਕ ਪਰਮਿਟ ਲੈ ਲਾਂਗੇ, ਉਹ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਜਦੋਂ ਇਹ ਨਿਯਮ ਆ ਗਿਆ ਤਾਂ ਹੁਣ ਉਹਨਾਂ ਦੇ ਲਈ ਇਹ ਸਮੱਸਿਆ ਆ ਗਈ। ਨਾ ਤਾਂ ਪਿੱਛੇ ਆਉਣ ਜੋਗੇ ਆ, ਦੁਬਾਰਾ ਆਉਂਦੇ ਆ ਤਾਂ ਇੱਥੇ ਫਿਰ ਉਸੇ ਤਰ੍ਹਾਂ ਕੰਮ ਕਰਨਾ ਪਊਗਾ, ਕੰਮ ਉਹ ਉੱਥੇ ਸੈੱਟ ਕਰ ਚੁੱਕੇ ਆ। ਸੋ ਸਿੱਧਾ ਹੁਣ ਸਰਕਾਰ ਦਾ ਕਹਿਣਾ ਕਿ ਜਿਹੜੀ ਤਬਦੀਲੀ ਆ ਉਹ ਇਸ ਕਰਕੇ ਕੀਤੀ ਗਈ ਆ ਕਿ ਜਿਹੜੇ ਇਹ ਘੱਟ ਵਿਦਿਆਰਥੀ ਨੋਵਾ ਸਕੋਸ਼ੀਆ ਦੇ ਵਿੱਚ ਆਉਣਗੇ, ਸੂਬੇ ਦੇ ਵਿੱਚ PR ਸਿਸਟਮ ਨੂੰ ਤੇਜ਼ ਕਰਕੇ ਵੱਡੇ ਗਿਣਤੀ ਦੇ ਵਿੱਚ ਵਿਦਿਆਰਥੀ ਜਿਹੜੇ ਉਹ ਇੱਥੇ ਆਏ ਸੀਗੇ। ਦੂਜਾ ਇਹਦੇ ਨਾਲ ਕਾਮਿਆਂ ਦੀ ਘਾਟ ਵੀ ਉੱਥੇ ਹੈਗੀ ਆ, ਅਤੇ ਹੁਣ ਉਹਦੇ 'ਤੇ ਵੀ ਇਹਦਾ ਅਸਰ ਸਿੱਧਾ ਪੈ ਸਕਦਾ ਹੈ। ਸੂਬੇ ਦੀ ਜਿਹੜੀ ਲੇਬਰ ਸਕਿੱਲਸ ਅਤੇ ਇਮੀਗ੍ਰੇਸ਼ਨ ਉੱਥੋਂ ਦੇ ਮਿਨਿਸਟਰ ਆ ਬਿਲ ਬਾਲਸਰ, ਉਹਨਾਂ ਨੇ ਕਿਹਾ ਕਿ ਇਸ ਕਰਕੇ ਅਸੀਂ ਤਬਦੀਲੀ ਕੀਤੀ ਹੈ ਤਾਂ ਕਿ PR ਹੋਣ ਤੋਂ ਬਾਅਦ ਲੋਕਾਂ ਨੂੰ ਨੋਵਾ ਸਕੋਸ਼ੀਆ ਦੇ ਵਿੱਚ ਹੀ ਟਿਕਾਇਆ ਜਾ ਸਕੇ, ਕਿਉਂਕਿ ਜਦੋਂ ਬੰਦਾ 2 ਸਾਲ ਪੜ੍ਹਾਈ ਕਰ ਲੈਂਦਾ, ਸਾਲ ਉੱਥੇ ਕੰਮ ਕਰ ਲੈਂਦਾ, ਬਹੁਤੇ ਲੋਕ ਉੱਥੇ ਟਿਕ ਜਾਂਦੇ ਆ, ਉਹਨਾਂ ਦਾ ਸਰਕਲ ਉੱਥੇ ਬਣ ਜਾਂਦਾ ਅਤੇ ਉਹ ਉੱਥੇ ਜਿਹੜੇ ਰਹਿਣ ਲੱਗ ਪੈਂਦੇ ਆ। ਜਿਹੜੇ ਬਾਹਰੋਂ ਪੜ੍ਹ ਕੇ ਉੱਥੇ ਆ ਕੇ PR ਲੈਂਦੇ, ਉਹਨਾਂ ਦੇ ਚਾਂਸਿਸ ਇਸ ਗੱਲ ਦੇ ਜ਼ਿਆਦਾ ਹੁੰਦੇ ਆ ਕਿ ਉਹ ਦੁਬਾਰਾ ਜਿਹੜੇ ਵਾਪਸ ਉੱਥੇ ਫੇਰ ਚਲੇ ਜਾਣ। ਸੋ ਇਸ ਵੇਲੇ ਇੱਕ ਇਸ ਨਿਯਮ ਦੇ ਵਿੱਚ ਤਬਦੀਲੀ ਦੇ ਨਾਲ ਵੱਡੀ ਸਮੱਸਿਆ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਬਾਰੇ ਜਿਹੜੀ ਇਸ ਵੇਲੇ ਹੋ ਰਹੀ ਹੈ। ਇੱਕ ਹੋਰ ਮੁੱਦਾ ਅੱਜ ਐਮਰਜੈਂਸੀ ਰੂਮਸ ਦੇ ਵਿੱਚ ਵੇਟਿੰਗ ਟਾਈਮ ਬਾਰੇ ਡਿਸਕਸ ਕੀਤਾ ਜਾ ਰਿਹਾ। ਅਸੀਂ ਇਹ ਪ੍ਰੋਗਰਾਮ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਵਿੱਚੋਂ ਕਰ ਰਹੇ ਹਾਂ, ਅਤੇ ਸਰੀ ਦੇ ਵਿੱਚ ਅਕਸਰ ਲੋਕਾਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਵੇਟ ਟਾਈਮ ਬਹੁਤ ਆ, ਕਿ ਐਮਰਜੈਂਸੀ ਦੇ ਵਿੱਚ ਬੰਦੇ ਦੇ ਦਰਦ ਹੁੰਦਾ, ਉੱਥੇ ਜਾ ਕੇ ਉਹ ਦਵਾਈ ਲੈਣ ਦੇ ਲਈ ਚਲੇ ਗਿਆ ਤਾਂ ਕਿੰਨਾ ਸਮਾਂ ਉਹਨੂੰ ਉੱਥੇ ਉਡੀਕ ਕਰਨੀ ਪੈਂਦੀ ਆ। ਪਰ ਇੱਥੇ ਦੱਸਣ ਵਾਲੀ ਗੱਲ ਇਹ ਆ ਕਿ ਇਹ ਹਾਲਤ ਲਗਭਗ ਕੈਨੇਡਾ ਦੇ ਸਾਰੇ ਥਾਵਾਂ ਦੇ ਉੱਤੇ ਇਸ ਤਰ੍ਹਾਂ ਆ, ਕਿਤੇ ਵੀ ਇਸ ਤਰ੍ਹਾਂ ਨਹੀਂ ਆ ਕਿ
ਜਿਹੜਾ ਵੀ ਤੁਹਾਡੇ ਜਾਂਦੇ ਸਾਰੀ ਤੁਸੀਂ ਹਸਪੀਟਲ ਦੇ ਵਿੱਚ ਚਲੇ ਜਾਂਦੇ। ਐਮਰਜੈਂਸੀ ਰੂਮ ਦੇ ਵਿੱਚ ontario ਦੇ ਵਿੱਚ ਜਿਹੜੇ ਲੋਕ ਐਡਮਿਟ ਕੀਤੇ ਜਾਂਦੇ ਆ ਉੱਥੇ ਦੱਸਦੇ ਆ ਕਿ ਹਾਲਤ ਕਾਫੀ ਜ਼ਿਆਦਾ ਗੰਭੀਰ ਹੋ ਰਹੀ ਆ। ਜਿਹੜੇ ਮੈਡੀਕਲ ਪ੍ਰੋਫੈਸ਼ਨਲ ਨੇ ਡਾਕਟਰ ਹੀ ਹੱਥ ਖੜੇ ਕਰ ਰਿਹਾ ਵੀ ਅਸੀਂ ਇੱਦਾਂ ਦਾ ਕਦੇ ਹਾਲਾਤ ਦੇਖੇ ਹੀ ਨਹੀਂ ਕਿ ਪਿਛਲੇ 30-40 ਸਾਲਾਂ ਦੇ ਵਿੱਚ ਇੱਦਾਂ ਦੇ ਹਾਲਾਤ ਨਹੀਂ ਦੇਖੇ ਕਿ ਇੰਨਾ ਜ਼ਿਆਦਾ ਵੇਟਿੰਗ ਟਾਈਮ ਹੋਵੇ ਤੇ ਲੋਕ ਇੰਨਾ ਜ਼ਿਆਦਾ ਉੱਥੇ ਲਾ ਕੇ ਜਿਹੜੇ ਬੈਠੇ ਹੁੰਦੇ ਆ। ਭਾਵੇਂ ਕਿ ਹੁਣ ਕੋਵਿਡ-19 ਖਤਮ ਹੋ ਰਿਹਾ ਆ, ਉਹਦੇ ਤੋਂ ਬਾਅਦ ਵੀ ਉਹ ਸਮਾਂ ਆ ਗਿਆ ਜਦੋਂ ਐਮਰਜੈਂਸੀ ਡਿਪਾਰਟਮੈਂਟ ਦੇ ਉੱਤੇ ਬਹੁਤ ਜ਼ਿਆਦਾ ਹੁੰਦਾ ਆ। ਜਿਹੜੇ 2 ਸਾਲ ਲਗਾਤਾਰ ਪੈਂਡੈਮਿਕ ਰਹੀ ਆ, ਵੇਟ ਟਾਈਮ ਇਸ ਵੇਲੇ ਉੱਪਰ ਨੂੰ ਜਾ ਰਿਹਾ। ਜਿਹੜੇ ਉੱਥੋਂ ਦੇ ਡਿਪਾਰਟਮੈਂਟ ਨੇ, ਐਮਰਜੈਂਸੀ ਡਿਪਾਰਟਮੈਂਟ ਨੇ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਸਟ੍ਰੈਸ ਆ। ਟੋਰਾਂਟੋ ਦੇ ਕੁਛ ਜਿਹੜੇ ਡਾਕਟਰ ਨੇ ਉੱਥੇ ਕੰਮ ਕਰਦੇ ਨੇ ਉਹ ਦੱਸਦੇ ਕਿ ਉਹਨਾਂ ਦੇ 40 ਸਾਲਾਂ ਦੇ ਕੈਰੀਅਰ ਵਿੱਚ ਵੀ ਇੱਦਾਂ ਦਾ ਸਮਾਂ ਉਹਨਾਂ ਨੇ ਨਹੀਂ ਦੇਖਿਆ। ਜਿਹੜੇ ਜਿਹੜਾ ਉਹਦਾ ਫੈਕਟਰ ਕੀ ਆ ਇਹਦੇ ਵਿੱਚ, ਜਿਹੜੀ ਇਹਦੇ ਵੇਟ ਟਾਈਮ ਦੇ ਵਿੱਚ, ਉਹ ਦੱਸਦੇ ਜਿਹੜਾ ਸਪਿਨ ਆਫ ਇਫੈਕਟ ਆ ਇਸ ਪੈਂਡੈਮਿਕ ਦਾ ਇੱਕ ਵੱਡਾ ਜਿਹੜਾ ਸਮੱਸਿਆ ਆ। ਕੀ ਕਾਰਨ ਆ ਪਤਾ ਨਹੀਂ, ਪਰ ਸਟਾਫ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਕ ਹੋ ਰਿਹਾ ਆ ਤੇ ਉਹ ਕਹਿੰਦੇ ਅਸੀਂ ਕੰਮ ਤੇ ਨਹੀਂ ਆ ਰਹੇ ਤੇ ਇਸ ਕਰਕੇ ਜਿਹੜੀਆਂ ਸਿੱਕ ਕਾਲਸ ਆ ਉਹ ਵਧੀਆਂ ਪਿਛਲੇ ਸਮੇਂ ਦੇ ਵਿੱਚ ਤੇ ਹੁਣ ਵੀ ਉਸੇ ਤਰ੍ਹਾਂ ਨੇ। ਜਿਹੜੇ ਮਰੀਜ਼ ਨੇ ਜਿਨ੍ਹਾਂ ਦੀ ਇਲਨੈਸ ਬਹੁਤ ਜ਼ਿਆਦਾ ਜਿਹੜੀ ਸਵੀਅਰ ਆ, ਉਹਨਾਂ ਨੂੰ ਪਿੱਛੇ ਕੀਤਾ ਗਿਆ ਪੈਂਡੈਮਿਕ ਵੇਵ ਦੇ ਵਿੱਚ ਤੇ ਜਿਹੜੇ ਹਸਪੀਟਲ ਦੇ ਵਾਰਡਸ ਨੇ ਉਹ ਆਪਣੀ ਕਪੈਸਿਟੀ ਦੇ ਉੱਤੇ ਭਰੇ ਪਏ ਨੇ ਕਿਉਂਕਿ ਇਸ ਪੈਂਡੈਮਿਕ ਦੇ ਦੌਰਾਨ ਜਿਹੜੀਆਂ ਸਰਜਰੀਜ਼ ਪੈਂਡਿੰਗ ਕੀਤੀਆਂ ਸੀਗੀਆਂ, ਜਿਹੜੀਆਂ ਸਰਜਰੀਜ਼ ਰੋਕ ਦਿੱਤੀਆਂ ਗਈਆਂ ਸੀ, ਹੁਣ ਉਹਨਾਂ ਸਰਜਰੀਜ਼ ਨੂੰ ਵੀ ਕੀਤਾ ਜਾ ਰਿਹਾ। ਇੱਕਦਮ ਸਾਰਾ ਬੋਝ ਪੈਣ ਦਾ ਨਤੀਜਾ ਇਹ ਆ ਕਿ ਉਡੀਕ ਟਾਈਮ ਬਹੁਤ ਜ਼ਿਆਦਾ ਵੱਧ ਗਿਆ ਔਰ ਲੰਬੇ ਇਸ਼ੂ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਉੱਥੇ ਖੜੇ ਆ ਉਹ ਉੱਦਾਂ ਦੇ ਉੱਦਾਂ ਹੀ ਨੇ। ਅੰਕੜੇ ਸਾਹਮਣੇ ਆਏ ਨੇ, ਲੇਟੈਸਟ ਸਟੈਟਿਸਟਿਕਸ ਜਿਹੜੀ ਪਬਲਿਸ਼ ਕੀਤੀ ਹੈ ontario ਹੈਲਥ ਨੇ, ਉਹ ਦੱਸ ਰਹੀ ਆ ਕਿ ਪੇਸ਼ੈਂਟ ਜਿਹੜਾ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਜਾ ਰਿਹਾ, ਅਪ੍ਰੈਲ ਮਹੀਨੇ ਦੇ ਵਿੱਚ ਹਸਪਤਾਲ ਦੇ ਵਿੱਚ ਐਡਮਿਟ ਕਰਨ ਤੱਕ ਉਹਨੂੰ 20 ਘੰਟੇ ਲੱਗ ਜਾਂਦੇ ਉੱਥੇ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਉਡੀਕ ਕਰਨ ਦੇ ਵਿੱਚ। ਐਵਰੇਜ ਜਦੋਂ ਉਹਨੇ ਆਪਣੇ ਬੈੱਡ ਤੱਕ ਜਾਣਾ, ਵਾਰਡ ਦੇ ਵਿੱਚ ਉਹਨੂੰ ਬੈੱਡ ਮਿਲਣਾ ਆ, ਉਦੋਂ ਤੱਕ 20 ਘੰਟੇ ਉਹਨੂੰ ਉਡੀਕ ਕਰਨੀ ਪੈ ਰਹੀ ਆ। ਲੌਂਗੈਸਟ ਵੇਟਿੰਗ ਟਾਈਮ ontario ਦੇ ਵਿੱਚ ਹੁਣ ਤੱਕ ਇਹ ਅਪ੍ਰੈਲ ਦਾ ਦੱਸਿਆ ਗਿਆ। 42% ਜ਼ਿਆਦਾ ਆ ਇਹ ਅਪ੍ਰੈਲ 2021 ਨਾਲੋਂ, ਤੇ ਜਿਹੜਾ ਰੈਕਡ ਹਾਈ 20.1 ਆਵਰ ਐਵਰੇਜ ਵੇਟ ਟਾਈਮ ਜਿਹੜਾ ਓਮਿਕਰੋਨ ਵੇਵ ਦੇ ਵਿੱਚ ਜਨਵਰੀ ਦੇ ਵਿੱਚ ਵੀ ਇਸੇ ਤਰ੍ਹਾਂ ਸੀਗਾ। ਜਿਹੜਾ ਵੇਟ ਟਾਈਮ ਸਟੈਟਿਸਟਿਕਸ ਬਹੁਤ ਸਾਰੀਆਂ ਜਿਹੜੀਆਂ ਉਹ ਪਬਲਿਕਲੀ ਅਵੇਲੇਬਲ ਨਹੀਂ ਹੈ ਇਸ ਵੇਲੇ, ਪਰ ਐਡਮਿਨਿਸਟ੍ਰੇਟਰ ਤੇ ਜਾਂ ਮੈਡੀਕਲ ਪ੍ਰੋਫੈਸ਼ਨਲ ਜਿਹੜੇ ਸਿੱਧੀ ਇਹਦੀ ਜਾਣਕਾਰੀ ਰੱਖਦੇ ਆ ਉਹ ਦੱਸਦੇ ਆ ਕਿ ਅਪ੍ਰੈਲ ਤੋਂ ਬਾਅਦ ਵੀ ਅਜੇ ਤੱਕ ਸਿਚੁਏਸ਼ਨ ਇੰਪਰੂਵ ਨਹੀਂ ਹੋ ਰਹੀ, ਅਜੇ ਤੱਕ ਵੀ ਉਸੇ ਤਰ੍ਹਾਂ ਹੀ ਆ। ਡਿਮਾਂਡ ਬਹੁਤ ਜ਼ਿਆਦਾ ਆ ਸਟਾਫ ਦੀ ਉੱਥੇ। ਉਹਦੇ ਉੱਤੇ ਉਹਦੇ ਤੋਂ ਬਾਅਦ ਹੋ ਕੀ ਰਿਹਾ ਕਿ ਜਿਹੜਾ ਪੇਸ਼ੈਂਟ ਉੱਥੇ ਆ ਰਿਹਾ ਆ, ਉਹ ਜਿਹੜਾ ਹਸਪੀਟਲ ਪਹਿਲਾਂ ਹੀ ਓਵਰ ਸਟ੍ਰੈਚ ਹੋਏ ਨੇ। ਪੇਸ਼ੈਂਟ ਜਿਹੜੇ ਐਡਮਿਟ ਕਰਨ ਦੇ ਲਈ ਉਹਨਾਂ ਨੂੰ ਐਡਮਿਸ਼ਨ ਦੇ ਲਈ ਉਡੀਕ ਕੀਤੀ ਜਾ ਰਹੀ ਆ ਤੇ ਜਿਹੜਾ ਮਤਲਬ 2-2 ਦਿਨ ਕਈ ਵਾਰੀ ਉੱਥੇ ਲੱਗ ਜਾਂਦੇ ਆ ਐਮਰਜੈਂਸੀ ਡਿਪਾਰਟਮੈਂਟ ਤੋਂ ਬਾਅਦ ਉਹਨਾਂ ਨੂੰ ਬੈੱਡ ਦੇ ਉੱਤੇ ਲਿਜਾਣ ਦੇ ਲਈ ਔਨ ਐਨ ਐਵਰੇਜ ਜਿਹੜੇ ਆ। ਸੋ ਉਹ ਸਾਰਾ ਕੁਝ ਜੋ ਕੁਛ ਹੋ ਰਿਹਾ ਆ, ਔਰ ਉਹ ਹੁਣ ਬੇਨਤੀ ਇਹ ਵੀ ਕਰ ਰਹੇ ਆ ਕਿ ਜੇਕਰ ਸੱਚੀ ਤੁਹਾਨੂੰ ਐਮਰਜੈਂਸੀ ਹੈ ਤਾਂ ਹੀ ਐਮਰਜੈਂਸੀ ਦੇ ਲਈ ਆਓ, ਨਹੀਂ ਤਾਂ ਤੁਸੀਂ ਆਪਣੇ ਜਿਹੜੇ ਫੈਮਿਲੀ ਫਿਜ਼ੀਸ਼ੀਅਨ ਦੇ ਕੋਲ ਚਲੇ ਜਾਓ। ਸੋ ਜਿਹੜੇ ਪੈਰਾਮੈਡਿਕਸ ਨੇ ਉਹ ਵੀ ਇਹ ਸਾਰੇ ਕੁਛ ਦੇ ਵਿੱਚ ਫਸੇ ਪਏ ਨੇ। ਜਿਹੜੀ ਹੁਣ ਇਸ ਵੇਲੇ ਸਟਾਫ ਦੀ ਸ਼ਾਰਟੇਜ ਆ ਉਹ ਹੋਰ ਜ਼ਿਆਦਾ ਖਤਰਨਾਕ ਹੋ ਰਹੀ ਆ ਤੇ ਲੋਕ ਜਿਹੜੇ ਉਡੀਕ ਰਹੇ ਨੇ ਉਹਨਾਂ ਦਾ ਸਮਾਂ ਹੋਰ ਜ਼ਿਆਦਾ ਇਸ ਵੇਲੇ ਵੱਧ ਰਿਹਾ। 100% ਜਿਹੜੀ ਕਪੈਸਿਟੀ ਦੇ ਉੱਤੇ ਕਈ ਥਾਵਾਂ ਦੇ ਉੱਤੇ ਇਹ ਐਮਰਜੈਂਸੀ ਡਿਪਾਰਟਮੈਂਟ ਦਾ ਸਟਾਫ ਜਿਹੜਾ ਸਾਰੇ ਦਾ ਸਾਰਾ ਚੱਲ ਰਿਹਾ ਆ। ਇਹ ਇੱਕ ਬਹੁਤ ਵੱਡੀ ਸਮੱਸਿਆ ਕੈਨੇਡਾ ਦੇ ਕੁਝ ਸੂਬਿਆਂ ਦੇ ਵਿੱਚ ਆ ਰਹੀ ਹੈ। ontario ਦਾ ਇਹ ਅੰਕੜਾ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਉੱਥੇ ਵੀ ਹਾਲਾਤ ਜਿਹੜੇ ਆ ਬਹੁਤੇ ਚੰਗੇ ਨਹੀਂ ਆ। ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਲੋਕਾਂ ਨੂੰ ਉਡੀਕ, ਆਪਣੀ ਵਾਰੀ ਦੀ ਉਡੀਕ ਕਰਨੀ ਪੈ ਰਹੀ ਹੈ। ਲੋਕ ਇਸ ਕਰਕੇ ਵੀ ਜਿਹੜੇ ਇਸ ਕਰਕੇ ਵੀ ਜ਼ਿਆਦਾ ਚਿੰਤਤ ਨੇ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਸਭ ਤੋਂ ਵੱਡੀ ਖਾਸ ਗੱਲ ਇਹੀ ਹੈ ਕਿ ਜਦੋਂ ਤੁਹਾਨੂੰ ਕਿਸੇ ਸਿਹਤ ਨਾਲ ਸੰਬੰਧਿਤ ਐਮਰਜੈਂਸੀ ਦੀ ਲੋੜ ਆ ਤਾਂ ਤੁਹਾਡੇ ਲਈ ਉਸੇ ਵੇਲੇ ਅਵੇਲੇਬਲ ਹੁੰਦੀ ਹੈ। ਪਰ ਹੁਣ ਉਹਦੇ ਉੱਤੇ ਵੀ ਇਸ ਪੈਂਡੈਮਿਕ ਦੇ ਦੌਰਾਨ, ਜਦੋਂ ਪੈਂਡੈਮਿਕ ਖਤਮ ਹੋਈ ਆ ਉਹਦੇ ਤੋਂ ਬਾਅਦ ਜਿਹੜਾ ਅਸਰ ਪੈਂਦਾ ਨਜ਼ਰ ਆ ਰਿਹਾ। ਕੈਨੇਡਾ ਦੇ ਵਿੱਚ ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਪੁਰਸ਼ ਔਰਤਾਂ ਦੋਵਾਂ ਦੇ ਹੱਕ ਬਰਾਬਰ ਨੇ, ਦੋਵੇਂ ਜੌਬਸ ਕਰਦੇ ਨੇ। ਉਸੇ ਤਰ੍ਹਾਂ ਦੀਆਂ ਜੌਬਸ ਔਰਤਾਂ ਕਰਦੀਆਂ, ਉਸੇ ਤਰ੍ਹਾਂ ਦੀ ਜੌਬਸ ਜਿਹੜੀਆਂ ਪੁਰਸ਼ ਕਰਦੇ ਨੇ। ਪਰ ਫਿਰ ਵੀ ਅਜੇ ਵੀ ਭਾਵੇਂ ਕਿ ਇੱਕ ਬਹੁਤ ਵਿਕਸਿਤ ਮੁਲਕ ਆ, ਇੱਥੇ ਵੀ ਅਜੇ ਵਿਤਕਰਾ ਹੈਗਾ। ਔਰਤਾਂ ਇਸ ਵਿਤਕਰੇ ਨੂੰ ਸਾਫ਼ ਤੌਰ ਦੇ ਉੱਤੇ ਦੱਸ ਰਹੀਆਂ, ਖਾਸ ਕਰ ਜਿਹੜੀਆਂ ਕੰਮ ਕਰਨ ਵਾਲੀਆਂ ਔਰਤਾਂ ਤੇ ਖਾਸ ਕਰ ਇਸ ਕਿੱਤਿਆਂ ਦੇ ਵਿੱਚ ਕੁਛ ਜਿਹੜੇ ਕੰਮ ਨੇ ਉਹ ਅਜੇ ਵੀ ਮਰਦਾਂ ਦੇ ਲਈ, ਪੁਰਸ਼ਾਂ ਦੇ ਲਈ ਰਾਖਵੇਂ ਰੱਖੇ ਗਏ ਜੇ ਇੱਦਾਂ ਮੰਨ ਲਿਆ ਜਾਂਦਾ ਕਿ ਇਹਨਾਂ ਕਿੱਤਿਆਂ ਦੇ ਵਿੱਚ ਔਰਤਾਂ ਨਹੀਂ ਹੁੰਦੀਆਂ। ਡਾਕਟਰ ਟੈਰੇਸਾ ਕੀਜ਼ਰ ਇੱਕ
ਜਿਹੜੀ ਮੈਡੀਕਲ ਸੈਂਟਰ ਕੈਲਗਰੀ ਦੇ ਵਿੱਚ ਅਲਬਰਟਾ ਦੇ ਵਿੱਚ ਕੰਮ ਕਰਦੀ ਆ, ਉਹਨੇ ਆਪਣਾ ਦੁੱਖ ਦੱਸਿਆ। 30 ਸਾਲ ਤੋਂ ਜ਼ਿਆਦਾ ਉਹਨੇ ਕੰਮ ਕੀਤਾ। ਅਲਬਰਟਾ ਦੀ ਕੱਲੀ ਫੀਮੇਲ ਕਾਰਡੀਓਵੈਸਕੂਲਰ ਸਰਜਨ ਆ, ਮਤਲਬ ਜਿਹੜੀ ਦਿਲ ਦੀ ਸਰਜਰੀ ਕਰਦੀ ਆ, ਇੱਕੋ ਇੱਕ ਔਰਤ ਆ, ਔਰਤ ਡਾਕਟਰ ਆ। ਉਹ ਇਹ ਕਹਿ ਰਹੀ ਆ ਕਿ ਮੈਨੂੰ ਕੰਮ ਦੇ ਉੱਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ। ਇਹ ਜਿਹੜੇ ਸਰਜਨ ਨੇ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਦਾਖਲਾ ਲੈਂਦੀਆਂ, ਬਹੁਤ ਸਾਰੀਆਂ ਔਰਤਾਂ ਚਲੀ ਜਾਂਦੀਆਂ, ਪਰ ਜਿਹੜੇ ਸਰਜਨ ਨੇ ਖਾਸ ਕਰ ਕਾਰਡੀਓਵੈਸਕੂਲਰ ਸਰਜਨ ਨੇ ਉਹ ਬਹੁਤੇ ਮੇਲ ਹੀ ਹੁੰਦੇ ਆ, ਬਹੁਤੇ ਪੁਰਸ਼ ਹੀ ਹੁੰਦੇ, ਮਤਲਬ ਸਰਜਨ ਦਾ ਮਤਲਬ ਮੇਲ ਹੀ ਸਮਝਿਆ ਜਾਂਦਾ। ਤੇ ਉਹ ਕਹਿੰਦੀ ਕਿਉਂਕਿ ਮੈਂ ਕੱਲੀ ਸਾਰੇ ਅਲਬਰਟਾ ਦੇ ਵਿੱਚ ਇੱਕੋ ਇੱਕ ਕਾਰਡੀਓਵੈਸਕੂਲਰ ਔਰਤ ਸਰਜਨ ਸੀ ਤੇ ਮੇਰੇ ਨਾਲ ਵਿਤਕਰਾ ਹੋਇਆ ਵੀ ਮੈਨੂੰ ਸਮਝਿਆ ਹੀ ਨਹੀਂ ਗਿਆ ਅੱਜ ਤੱਕ ਕਿ ਇਹ ਸਰਜਰੀ ਕਰਦੀ ਹੈ। ਮੇਰੀ ਕੀਤੀ ਸਰਜਰੀ ਦੇ ਉੱਤੇ, ਮੇਰੇ ਲਏ ਗਏ ਫੈਸਲਿਆਂ ਦੇ ਉੱਤੇ ਲਗਾਤਾਰ ਸਵਾਲ ਉੱਠਦੇ ਰਹੇ ਆ ਤੇ ਮੈਨੂੰ ਮਤਲਬ ਪਰੇਸ਼ਾਨ ਕੀਤਾ ਗਿਆ। ਇਸ ਗੱਲਬਾਤ ਦੇ ਲਈ ਉਹਨੇ ਅਲਬਰਟਾ ਹੈਲਥ ਸਰਵਿਸਿਜ਼ ਦੇ ਉੱਤੇ ਆਪਣਾ ਇਤਰਾਜ਼ ਵੀ ਕੀਤਾ ਤੇ ਕੰਪਲੇਂਟ ਵੀ ਕੀਤੀ ਹੈ। ਹੁਣ ਲਗਭਗ ਉਹਦਾ ਕੈਰੀਅਰ ਮਤਲਬ ਐਂਡ ਦੇ ਨੇੜੇ ਆ, 30-32 ਸਾਲ ਉਹਨੂੰ ਹੋ ਗਏ ਇੱਥੇ ਕੰਮ ਕਰਦੀ ਨੂੰ। ਉਹ ਕਹਿੰਦੀ ਕਿ ਮੈਂ ਕੈਨੇਡੀਅਨਸ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਘੱਟੋ ਘੱਟ ਮੇਰੀ ਇਸ ਸਫ਼ਰ ਨੂੰ ਦੇਖ ਕੇ, ਇਸ ਜਰਨੀ ਨੂੰ ਦੇਖ ਕੇ ਜਿਹੜੀ ਜੈਂਡਰ ਬੇਸਡ ਡਿਸਕ੍ਰਿਮੀਨੇਸ਼ਨ ਆ ਉਹਦੇ ਬਾਰੇ ਸੋਚੋ ਤਾਂ ਸਹੀ ਕਿ ਮੈਂ 34 ਸਾਲ ਇਸ ਪੋਜੀਸ਼ਨ ਦੇ ਉੱਤੇ ਕੰਮ ਕਰਨ ਤੋਂ ਬਾਅਦ ਵੀ ਕਹਿ ਰਹੀ ਹਾਂ ਕਿ ਮੇਰੇ ਨਾਲ ਇੱਥੇ ਵਿਤਕਰਾ ਹੋਇਆ। ਜਿਹੜੇ ਲੋਕ ਨੇ ਮਤਲਬ ਉਹ ਕਹਿੰਦੀ ਪਰ ਮੈਂ ਇਹ ਸਾਰਾ ਕੁਛ ਇੱਦਾਂ ਹੀ ਨਹੀਂ ਫੇਡ ਹੁਣ ਕਰਨਾ ਚਾਹੁੰਦੀ ਕਿ ਸਾਰਾ ਕੁਛ ਇੱਦਾਂ ਹੀ ਖਤਮ ਹੋ ਗਿਆ। ਮੈਂ ਦੱਸਣਾ ਚਾਹੁੰਦੀ ਹਾਂ ਲੋਕਾਂ ਨੂੰ ਕਿ ਕੀ ਹੋਇਆ। ਦਾ ਕਰੰਟ ਇੱਕ CBC ਦੇ ਨਾਲ ਜਿਹੜਾ ਹੈਗਾ ਉਹਦੇ ਵਿੱਚ ਉਹਨੇ ਆਪਣੀ ਇੰਟਰਵਿਊ ਦੇ ਉੱਤੇ, ਬਹੁਤ ਪ੍ਰਸਿੱਧ ਇੱਥੇ ਦਾ ਨਿਊਜ਼ ਏਜੰਸੀ ਜਿਹੜੀ CBC ਆ ਉਹਦੇ ਨਾਲ ਇੰਟਰਵਿਊ ਦੇ ਵਿੱਚ ਉਹਨੇ ਸਾਰੀ ਇਹ ਗੱਲਬਾਤ ਆਪਣੀ ਦੱਸੀ ਆ। ਅਲਬਰਟਾ ਹਿਊਮਨ ਰਾਈਟਸ ਕਮਿਸ਼ਨ ਦੇ ਉੱਤੇ ਉਹਨੇ ਆਪਣੇ ਇੰਪਲੋਇਰ ਜਾਣੀ ਕਿ ਅਲਬਰਟਾ ਹੈਲਥ ਸਰਵਿਸਿਜ਼ ਦੇ ਉੱਤੇ ਜਿਹੜਾ ਉਹ ਆਪਣੀ ਫਾਈਲ ਕੀਤਾ ਹੈ ਕਿ ਮੇਰੇ ਨਾਲ ਮਨੁੱਖੀ ਅਧਿਕਾਰਾਂ ਦੇ ਪੱਧਰ ਦੇ ਉੱਤੇ ਵਿਤਕਰਾ ਹੋਇਆ, ਕਿ ਮੇਰੀ ਰਿਸਪੈਕਟ ਨਹੀਂ ਸੀ ਉੱਥੇ, ਔਰ ਮੇਰੇ ਜਿਹੜੀ ਓਪਰੇਟਿੰਗ ਸਪੀਡ ਆ ਉਹਦੇ ਉੱਤੇ ਵੀ ਸਵਾਲ ਕੀਤੇ ਗਏ। ਔਰ ਇੱਕ ਵਾਰੀ ਇਹ ਹੋਇਆ ਕਿ ਉਹਨੂੰ ਇਹ ਸਾਰੇ ਕੁਛ ਤੋਂ ਪਰੇ ਕਰ ਦਿੱਤਾ ਗਿਆ ਕਿ ਉਹਦੇ ਉੱਤੇ ਪਹਿਲਾਂ ਉਹ ਕਹਿੰਦੀ ਮੇਰੇ ਤੇ ਜੈਂਡਰ ਬੇਸਡ ਡਿਸਕ੍ਰਿਮੀਨੇਸ਼ਨ ਹੋਈ ਕਿਉਂਕਿ ਮੈਂ ਇੱਕ ਇਕੱਲੀ ਔਰਤ ਹਾਂ, ਇਹ ਕਾਰਡੀਓਵੈਸਕੂਲਰ ਸਰਜਨ ਪੂਰੇ ਅਲਬਰਟਾ ਦੇ ਵਿੱਚ। ਫਿਰ ਉਹਦੇ ਤੋਂ ਬਾਅਦ ਮੈਨੂੰ ਪਾਸੇ ਕਰ ਦਿੱਤਾ ਗਿਆ 1 ਸਾਲ ਲਈ। ਇਹ ਸਾਰੇ ਕੰਮਾਂ ਕਾਰਾਂ ਦੇ ਉੱਤੋਂ ਮੈਂ ਜਿਹੜੇ ਫੈਸਲੇ ਲੈਂਦੀ ਸੀ ਉੱਥੇ ਉਹਨਾਂ ਫੈਸਲਿਆਂ ਦੇ ਉੱਤੇ ਸਵਾਲ ਉੱਠਦੇ ਸੀਗੇ। ਸੋ ਇਹ 11 ਸਫ਼ਿਆਂ ਦੀ ਉਹਨੇ ਕੰਪਲੇਂਟ ਨਵੰਬਰ 2020 ਦੇ ਵਿੱਚ ਦਿੱਤੀ ਸੀ ਕਿ ਉਹਦੇ ਜਿਹੜੇ ਮੇਲ ਕੁਲੀਗ ਸੀਗੇ ਉਹ ਕੁਐਸਚਨ ਕਰਦੇ ਆ ਉਹਦੀ ਜਜਮੈਂਟ ਦੇ ਉੱਤੇ, ਉਹਦੇ ਕਲੀਨਿਕਲ ਡਿਸੀਜਨਸ ਦੇ ਉੱਤੇ, ਉਹਦੀ ਟੈਕਨੀਕਲ ਐਬਿਲਿਟੀਜ਼ ਦੇ ਉੱਤੇ, ਉਹਦੀ ਜਿਹੜੀ ਪੇਸ਼ੈਂਟ ਦੇ ਜਿਹੜੇ ਕੇਸਿਸ ਦੇ ਉੱਤੇ ਸਵਾਲ ਚੁੱਕੇ ਜਾਂਦੇ ਆ। ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਜਿਹੜੀ ਪਹਿਲੀ ਵਾਰ ਨਹੀਂ ਹੋਇਆ, ਪਹਿਲਾਂ ਵੀ ਕੁਛ ਔਰਤਾਂ ਨੇ ਇਸ ਤਰ੍ਹਾਂ ਦੀਆਂ ਕੰਪਲੇਂਟਸ ਕੀਤੀਆਂ, ਪਰ ਫਿਰ ਵੀ ਜਿਹੜੀ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਸਰਵੇ ਆ ਉਹਦੇ ਵਿੱਚ ਦੱਸਿਆ ਜਾਂਦਾ ਕਿ ਜਿਹੜੇ ਫੀਮੇਲ ਫਿਜ਼ੀਸ਼ੀਅਨਸ ਨੇ, ਮੈਡੀਕਲ ਸਟੂਡੈਂਟਸ ਨੇ 2020 ਦੇ ਵਿੱਚ ਕੈਨੇਡੀਅਨ ਵੂਮਨ ਮੈਡੀਕਲ ਕਾਨਫਰੰਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ 77% ਜਿਹੜੀਆਂ ਇਹ ਔਰਤਾਂ ਨੇ ਇਹਨਾਂ ਨੇ ਕਿਹਾ ਕੰਮ ਕਰਨ ਵਾਲੀਆਂ ਕਿ ਸਾਡੇ ਨਾਲ ਕਿਤੇ ਨਾ ਕਿਤੇ ਡਿਸਕ੍ਰਿਮੀਨੇਸ਼ਨ ਕਿਸੇ ਨਾ ਕਿਸੇ ਥਾਂ ਦੇ ਉੱਤੇ ਹੋਇਆ। ਜਦੋਂ ਇਹ ਦਾਖਲਾ ਲੈਂਦੇ ਆ ਮੈਡੀਕਲ ਸਕੂਲ ਦੇ ਵਿੱਚ ਕੁੜੀਆਂ ਦੀ ਗਿਣਤੀ ਲਗਭਗ ਅੱਧੀ ਹੁੰਦੀ ਹੈ। ਕੈਨੇਡਾ ਦੇ ਵਿੱਚ 2017 2018 ਦੇ ਵਿੱਚ ਜਿਹੜੀਆਂ ਫੀਮੇਲ ਸੀਗੀਆਂ ਉਹ ਮਤਲਬ ਅੱਧੀਆਂ 50% ਮੰਨੀਆਂ ਜਾ ਸਕਦੀਆਂ। ਪਹਿਲੇ ਸਮੈਸਟਰ ਦੇ ਵਿੱਚ ਅੱਧੀਆਂ ਕੁੜੀਆਂ ਹੁੰਦੀਆਂ, ਅੱਧੇ ਲਗਭਗ ਮੁੰਡੇ ਹੁੰਦੇ ਆ, ਪਰ ਸਰਜਰੀ ਜਿਹੜੀ ਆ ਉਹ ਅਜੇ ਵੀ ਮੇਲ ਡੋਮੀਨੈਂਟਡ ਫੀਲਡ ਮੰਨੀ ਜਾਂਦੀ ਆ। ਮੰਨਿਆ ਜਾਂਦਾ ਕਿ ਇੱਥੇ ਜਿਹੜੇ ਹੈਗੇ ਆ ਉਹ ਬਹੁਤਾ ਇਹ ਪੁਰਸ਼ਾਂ ਦਾ ਕੰਮ ਹੀ ਆ, ਸਰਜਰੀ ਕਰਨੀ, ਆਪਰੇਸ਼ਨ ਕਰਨੇ, ਔਰਤਾਂ ਇਹਦੇ ਲਈ ਨਹੀਂ ਬਣੀਆਂ। ਇੱਕ ਬੜਾ ਅਜੀਬ ਜਿਹਾ ਤੇ ਬੜਾ ਵੱਖਰਾ ਜਿਹਾ ਅੰਕੜਾ ਜਿਹੜਾ ਸਾਡੇ ਸਾਹਮਣੇ ਆਇਆ ਕਿ ਜੈਂਡਰ ਬੇਸਡ ਡਿਸਕ੍ਰਿਮੀਨੇਸ਼ਨ ਕੰਮ ਦੇ ਨਾਲ ਸੰਬੰਧਿਤ ਵੀ ਹੋ ਸਕਦੀ ਆ, ਤੇ ਜਿਹੜੇ ਲੋਕ ਘੱਟ ਨੇ ਇਸ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਵਿਤਕਰਾ ਕੀਤਾ ਜਾਂਦਾ। ਚੋਰੀ ਦੀਆਂ ਕਈ ਘਟਨਾਵਾਂ ਵਾਪਰ ਜਾਂਦੀਆਂ ਤੇ ਅਲਬਰਟਾ ਦੇ ਵਿੱਚ ਇੱਕ ਚੋਰੀ ਹੋਈ ਹੈ ਕੈਲਗਰੀ ਪੁਲਿਸ ਦੇ ਨਾਲ। ਕੈਲਗਰੀ ਪੁਲਿਸ ਇਹ ਅਨਾਊਂਸਮੈਂਟ ਦੇ ਰਹੀ ਹੈ, ਉਹ ਕਹਿੰਦੇ ਵੀ ਚੋਰੀ ਸਾਡੀ ਗੱਡੀ ਦੇ ਵਿੱਚੋਂ ਹੀ ਹੋਈ ਹੈ। ਤੇ ਚੋਰੀ ਇਹ ਹੋਇਆ ਕਿ ਪੁਲਿਸ ਦੀ ਵੈਸਟ, 2 ਫੁੱਲ ਗਲੌਕ ਮੈਗਜ਼ੀਨ, ਇਸੇ ਤਰ੍ਹਾਂ ਜਿਹੜੀਆਂ ਹੈਂਡਕਫਸ ਨੇ, ਹੱਥਕੜੀਆਂ ਉਹਦੇ ਵਿੱਚ ਪਈਆਂ ਸੀ, ਕੁਛ ਹੋਰ ਜਿਹੜੀਆਂ ਆਈਟਮ ਸੀਗੀਆਂ ਵਹੀਕਲ ਦੇ ਵਿੱਚ। ਕੈਲਗਰੀ ਪੁਲਿਸ ਸਰਵਿਸਿਜ਼ ਦੱਸ ਰਹੀ ਆ ਕੱਲ੍ਹ ਬੁੱਧਵਾਰ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਦੱਸਿਆ ਕਿ ਸਾਡਾ ਆ ਸਮਾਨ ਚੋਰੀ ਹੋ ਗਿਆ। ਹਾਲਾਂਕਿ ਚੋਰੀ ਹੋਣੀ ਮਾੜੀ ਗੱਲ ਆ, ਪਰ ਸਮਾਨ ਇੰਨਾ ਕੀਮਤੀ ਨਾ ਹੋਣ ਦੇ ਕਰਕੇ, ਮਤਲਬ ਸਮਾਨ ਕੀਮਤੀ ਹੈਗਾ ਵੀ ਆ, ਪਰ ਇਹਦਾ ਦੂਜਾ ਵੱਡਾ ਨੁਕਸਾਨ ਇਹ ਹੈ ਕਿ ਕੋਈ ਵਿਅਕਤੀ ਵੀ, ਕਿਉਂਕਿ ਪੁਲਿਸ ਦੀ ਜਿਹੜੀ ਵੈਸਟ ਚੋਰੀ ਕੀਤੀ ਹੈ ਉਹਦੇ ਉੱਤੇ ਪੁਲਿਸ ਦੇ ਸਾਈਨ ਲੱਗੇ ਆ ਤੇ ਹੈਂਡਕਫਸ ਤੇ ਹੋਰ ਸਾਰਾ ਕੁਝ ਸਮਾਨ ਜਿਹੜਾ ਪੁਲਿਸ ਦਾ ਅਸਲੀ ਸਮਾਨ, ਤੇ ਜੇ ਚੋਰ ਉਹੀ ਗੱਡੀ ਦੇ ਵਿੱਚੋਂ ਚੋਰੀ ਕਰਕੇ ਲੈ ਗਏ ਆ ਤਾਂ ਉਹ ਕਿਤੇ ਪੁਲਿਸ ਵਾਲਾ ਬਣ ਕੇ ਲੋਕਾਂ ਨੂੰ ਲੁੱਟ ਵੀ ਸਕਦੇ ਆ, ਲੋਕਾਂ ਨੂੰ ਡਰਾ ਵੀ ਸਕਦੇ ਆ। ਗੱਲ ਪਰਸੋਂ ਦੀ ਹੈ, ਇਹ ਟਿਊਜ਼ਡੇ ਨੂੰ ਇਹ ਘਟਨਾ ਵਾਪਰੀ ਹੈ। ਕੱਲ੍ਹ ਉਹਨਾਂ ਨੇ ਦੱਸਿਆ ਔਨ ਡਿਊਟੀ ਇੱਕ ਪੁਲਿਸ ਵਹੀਕਲ ਸੀਗਾ,
ਡਾਊਨਟਾਊਨ ਕਲਗਰੀ ਦੇ ਵਿੱਚ ਪਾਰਕ ਕੀਤਾ ਸੀ। ਜਦੋਂ ਆਫੀਸਰ ਕਿਤੇ ਪਰਲੇ ਪਾਸੇ ਗਿਆ, ਜਦੋਂ ਮੁੜ ਕੇ ਵਹੀਕਲ ਵੱਲੋਂ ਵਾਪਸ ਆਇਆ ਤੇ ਆ ਕੇ ਦੇਖਦਾ ਵੀ ਉਹਦੇ ਵਿੱਚੋਂ ਸਾਰਾ ਸਮਾਨ ਚੋਰੀ ਹੋ ਚੁੱਕਾ, ਜਿਹਦੇ ਵਿੱਚ ਪੁਲਿਸ ਨੇ ਜਿਹੜੀ ਚੀਜ਼ਾਂ ਦੱਸੀਆਂ ਕਿ ਜੇ ਆਹ ਚੀਜ਼ਾਂ ਤੁਹਾਨੂੰ ਕਿਤੇ ਮਿਲਦੀਆਂ ਤਾਂ ਸਾਨੂੰ ਜ਼ਰੂਰ ਦੱਸੋ। ਬਲੈਕ ਵੈਸਟ ਜਿਹਦੇ ਉੱਤੇ ਪੁਲਿਸ ਪੈਚ ਆ ਫਰੰਟ ਦੇ ਉੱਤੇ ਵੀ ਬੈਕ ਦੇ ਉੱਤੇ, ਤੇ ਸੌਫਟ ਆਰਮਰ ਪੈਨਲਸ ਉਹਦੇ ਉੱਤੇ ਬਣੇ ਆ। 2 ਫੁੱਲ ਗਲੈਕ 9mm ਮੈਗਜ਼ੀਨ ਚੋਰੀ ਹੋਏ ਆ। US ਆਰਮਰ ਮੋਬਾਈਲ ਪਾਊਚ ਜਿਹੜਾ ਮੈਗਜ਼ੀਨ ਦੇ ਲਈ ਹੁੰਦਾ ਉਹ ਚੋਰੀ ਹੋਇਆ। ਜਿਹੜੀ ਬਲੈਕ ਰੇਡੀਓ ਹੋਲਡਰ ਹੁੰਦਾ ਪੁਲਿਸ ਇਸ਼ੂ ਕਰਦੀ ਆ। ਇਸੇ ਤਰ੍ਹਾਂ ਜਿਹੜਾ ਬੈਟਨ ਆ ਪੁਲਿਸ ਦਾ ਜਿਹੜਾ ਇਸ਼ੂ ਕੀਤਾ ਉਹ ਵੀ, ਤੇ ਇਸੇ ਤਰ੍ਹਾਂ ਜਿਹੜਾ ਉਹਦੇ ਵਿੱਚੋਂ ਬਾਇਨੋਕੂਲਰ ਆ ਜਿਹੜੀ ਦੂਰਬੀਨ ਜੀ ਹੁੰਦੀ ਆ ਉਹ ਵੀ ਇੱਕ ਚੋਰੀ ਹੋਈ ਦੱਸੀ ਜਾ ਰਹੀ ਆ। ਸਟੇਟਮੈਂਟ ਪੁਲਿਸ ਨੇ ਦੱਸਿਆ ਕਿ ਪਬਲਿਕ ਇਸ ਗੱਲ ਦੇ ਬਾਰੇ ਥੋੜ੍ਹੀ ਜਿਹੀ ਅਵੇਅਰ ਰਹੇ ਕਿ ਇਹ ਸਮਾਨ ਚੋਰੀ ਹੋਇਆ ਹੈ, ਤੇ ਕਿਸੇ ਨੂੰ ਇਹਨਾਂ ਕੱਪੜਿਆਂ ਦੇ ਵਿੱਚ ਅਸਲੀ ਪੁਲਿਸ ਵਾਲਾ ਜਾਂ ਇਹਨੂੰ ਇਸ ਤਰੀਕੇ ਦੇ ਨਾਲ ਨਾ ਸਮਝ ਲਵੇ। ਤੇ ਦੂਜਾ ਕਿਹਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ ਕੁਝ ਪਤਾ ਲੱਗਦਾ ਤਾਂ ਪੁਲਿਸ ਆਫੀਸਰ ਦੇ ਨਾਲ ਜਲਦੀ ਤੋਂ ਜਲਦੀ ਕੰਟੈਕਟ ਕਰੋ। ਤੇ ਉਹਨਾਂ ਨੇ ਸਿੱਧਾ ਕਿਹਾ ਕਿ 911 ਜਿਹੜਾ ਹੈਗਾ ਵੈਰੀਫਾਈ ਕਰਕੇ ਉਹਦੀ ਆਇਡੈਂਟੀਟੀ ਸਾਨੂੰ ਦੱਸਿਆ ਜਾਵੇ। ਪੁਲਿਸ ਇਹ ਕਹਿ ਰਹੀ ਹੈ ਤੇ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਇਹ ਸਮਾਨ ਜੇ ਕਿਸੇ ਨੂੰ ਵੀ ਕੋਈ ਮਾੜਾ ਮੋਟਾ ਪਤਾ ਲੱਗਦਾ ਹੈ ਤਾਂ ਉਹ ਸਾਨੂੰ ਜਲਦੀ ਤੋਂ ਜਲਦੀ ਇਹਦੇ ਬਾਰੇ ਸੂਚਨਾ ਦੇਵੇ। ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਜਿਹੜੀਆਂ ਕਿਸੇ ਨਾ ਕਿਸੇ ਤਰ੍ਹਾਂ ਹੁੰਦੀਆਂ ਅਜੀਬੋ ਗਰੀਬ ਆ, ਪਰ ਨੁਕਸਾਨ ਉਹਦੇ ਨਾਲ ਕਈ ਵਾਰੀ ਵੱਡਾ ਹੋ ਜਾਂਦਾ। ਇੱਕ ਖਬਰ ਅਲਬਰਟਾ ਤੋਂ ਹੋਰ, ਐਡਮਿੰਟਨ ਪੁਲਿਸ ਸਰਵਿਸਿਜ਼ ਨੇ ਇੱਕ ਕਾਮਯਾਬ ਹੋਈ ਆ। ਉਹ ਬਹੁਤ ਸਾਰੇ ਜਿਹੜੇ ਸਾਈਕਲਿਸਟ ਨੇ ਉਹਨਾਂ ਦੀ ਸਾਈਕਲਾਂ ਦੀ ਰਜਿਸਟ੍ਰੇਸ਼ਨ ਕਰਾਉਣ ਦੇ ਲਈ, ਬਹੁਤ ਸਾਰੇ ਜਿਹੜੇ ਬਾਈਕਸ ਨੇ ਉਹ ਚੋਰੀ ਹੋ ਜਾਂਦੇ ਹਰ ਸਾਲ ਹੀ। ਇਹ ਕੋਈ ਵੱਡੀ ਗੱਲ ਨਹੀਂ ਆ। ਕੈਨੇਡਾ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਬਾਈਕ ਚੋਰੀ ਹੋ ਜਾਂਦੇ ਆ, ਕਈ ਲੱਭ ਵੀ ਪੈਂਦੇ ਆ, ਪਰ ਸਮੱਸਿਆ ਇਹ ਆਉਂਦੀ ਆ ਕਿ ਇਹਨਾਂ ਦੇ ਉੱਤੇ ਕੋਈ ਵੀ ਜਿਹੜੀ ਲਾਇਸੈਂਸ ਪਲੇਟ ਤਾਂ ਹੁੰਦੀ ਨਹੀਂ। ਹੁਣ ਜੇ ਕੋਈ ਬਾਈਕ ਚੋਰੀ ਹੋ ਗਿਆ, ਲੱਗਦੇ ਵੀ ਸਾਰੇ ਇੱਕੋ ਜਿਹੇ ਹੁੰਦੇ ਆ, ਤੇ ਉਹ ਕਿੱਦਾਂ ਲੱਭਿਆ ਜਾਵੇ ਵੀ ਕਿਹੜਾ ਕਿਹਦਾ ਆ। ਚੋਰੀ ਹੋ ਗਿਆ, ਪੁਲਿਸ ਲੱਭ ਵੀ ਲੈਂਦੀ ਆ, ਹੁਣ ਲੱਭਣ ਤੋਂ ਬਾਅਦ ਉਹਦੇ ਮਾਲਕ ਹੀ ਉੱਥੇ ਤੱਕ ਨਹੀਂ ਪਹੁੰਚਦੇ ਜਿਨ੍ਹਾਂ ਦਾ ਬਾਈਕ ਚੋਰੀ ਹੋਇਆ ਹੁੰਦਾ, ਕਿਉਂਕਿ ਉਹਨਾਂ ਨੂੰ ਆਪਣੇ ਬਾਈਕ ਦੀ ਪਛਾਣ ਹੀ ਨਹੀਂ ਹੁੰਦੀ। ਬਹੁਤ ਥੋੜ੍ਹੇ ਲੋਕ ਆ ਜਿਹੜੇ ਉਸ ਬਾਈਕ ਦਾ ਸੀਰੀਅਲ ਨੰਬਰ ਨੋਟ ਕਰਦੇ ਆ। ਤੁਹਾਨੂੰ ਪਤਾ ਉਹਦੇ ਉੱਤੇ ਇੱਕ ਸੀਰੀਅਲ ਨੰਬਰ ਹੁੰਦਾ, ਉਹਨੂੰ ਬਹੁਤ ਸਾਰੇ ਮਾਲਕ ਜਿਹੜੇ ਆ ਨੋਟ ਕਰ ਲੈਂਦੇ ਆ, ਪਰ ਇਹ ਗਿਣਤੀ ਬਹੁਤ ਘੱਟ ਆ। ਹੁਣ ਇਹਦੇ ਲਈ ਕੀਤਾ ਕੀ ਗਿਆ ਸੀ ਕਿ ਇਹਨੂੰ ਸਾਰੀ ਦੀ ਰਜਿਸਟ੍ਰੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਕਿ 3 ਸਾਲ ਪਹਿਲਾਂ ਕਿ ਜਿੰਨੇ ਬਾਈਕ ਆ ਉਹਨਾਂ ਸਾਰਿਆਂ ਨੂੰ ਰਜਿਸਟਰਡ ਕਰਵਾਇਆ ਜਾਵੇ ਤਾਂ ਕਿ ਉਹ ਚੋਰੀ ਨਾ ਹੋ ਸਕਣ। ਜੇ ਚੋਰੀ ਹੋਣ ਤਾਂ ਫੜੇ ਜਾਣ, ਜੇ ਫੜੇ ਹੋਣ ਤਾਂ ਉਹ ਫਿਰ ਜਿਹੜਾ ਉਹਦਾ ਅਸਲੀ ਮਾਲਕ ਆ ਉਹਦੇ ਤੱਕ ਪਹੁੰਚਾਇਆ ਜਾਵੇ। ਅਮਰੀਕਾ ਦੀ ਇੱਕ ਨਾਨ ਪ੍ਰੋਫਿਟ ਬਾਈਕ ਇੰਡੈਕਸ ਨਾਂ ਦੀ ਆਰਗੇਨਾਈਜੇਸ਼ਨ ਆ, ਇੱਕ ਆਨਲਾਈਨ ਡਾਟਾਬੇਸ ਆ, ਉਹ ਇਹਨਾਂ ਬਾਈਸਾਈਕਲਾਂ ਦੇ ਜਿਹੜੀ ਇਹ ਸਾਰੇ ਕੁਛ ਨੂੰ ਦੇਖਦੀ ਆ। ਕੈਨੇਡਾ ਅਮਰੀਕਾ ਦੇ ਵਿੱਚ ਪ੍ਰੋਗਰਾਮ ਜੁਲਾਈ 2019 ਦੇ ਵਿੱਚ ਸ਼ੁਰੂ ਹੋਇਆ ਸੀ ਤੇ 657 ਜਿਹੜੇ ਗੁਆਚੇ ਜਾਂ ਚੋਰੀ ਹੋਏ ਬਾਈਕ ਸੀਗੇ ਉਹ ਸਹੀ ਉਹਨਾਂ ਦੇ ਜਿਹੜੇ ਮਾਲਕ ਸੀਗੇ ਉਹਨਾਂ ਤੱਕ ਪਹੁੰਚਾ ਦਿੱਤੇ ਗਏ ਆ। ਤੇ 1 ਲੱਖ ਐਡਮਿੰਟਨ 'ਚ ਰਹਿਣ ਵਾਲੇ ਲੋਕ ਆਪਣੇ ਬਾਈਸਾਈਕਲ ਇੱਥੇ ਰਜਿਸਟਰਡ ਕਰਵਾ ਚੁੱਕੇ। ਐਡਮਿੰਟਨ ਪੁਲਿਸ ਸਰਵਿਸਿਜ਼ ਇਹ ਜਾਣਕਾਰੀ ਦੇ ਰਹੀ ਹੈ। ਇਹ ਕਹਿ ਰਹੇ ਆ ਕਿ ਜਿਹੜੇ ਬਹੁਤ ਸਾਰੇ ਸਾਈਕਲਿਸਟ ਨੇ ਐਡਮਿੰਟਨ ਦੇ ਵਿੱਚ ਉਹ ਮਤਲਬ ਕਿਤੇ ਨਾ ਕਿਤੇ ਬਾਈਕ ਥੈਫਟ ਦੇ ਨਾਲ ਉਹਨਾਂ ਨੂੰ ਸਿੱਝਣਾ ਹੀ ਪੈਂਦਾ, ਕਿਤੇ ਨਾ ਕਿਤੇ ਉਹਨਾਂ ਦਾ ਇਹ ਬਾਈਕ ਚੋਰੀ ਹੋ ਹੀ ਜਾਂਦਾ ਹੈ ਤੇ ਕਈ ਵਾਰੀ ਗੁਆਚ ਵੀ ਜਾਂਦਾ ਹੈ। ਹੁਣ ਮਸਲਾ ਉਹਦੇ ਤੋਂ ਬਾਅਦ ਆ ਕਿ ਜਿੰਨੇ ਬਾਈਕ ਉੱਥੇ ਪਏ ਹੁੰਦੇ ਆ ਉਹਨਾਂ ਨੂੰ ਚੱਕਣ ਕੋਈ ਨਹੀਂ ਆਉਂਦਾ ਪੁਲਿਸ ਵਾਲਿਆਂ ਕੋਲ, ਤੇ ਬਾਅਦ ਦੇ ਵਿੱਚ ਉਹਨਾਂ ਨੂੰ ਫਿਰ ਕਿਸੇ ਨਾ ਕਿਸੇ ਤਰ੍ਹਾਂ ਉਹਦਾ ਕੋਈ ਹੱਲ ਕੀਤਾ ਜਾਂਦਾ। ਪਾਰਟਨਰਸ਼ਿਪ ਦੇ ਵਿੱਚ ਹਰ ਸਾਲ 50 ਤੋਂ 100 ਬਾਈਸਾਈਕਲ ਜਿਹੜੇ ਰਿਕਵਰ ਕੀਤੇ ਜਾਂਦੇ ਆ ਇਸ ਸਕੀਮ ਦੇ ਤਹਿਤ, ਤੇ ਫਿਰ ਉਹਨੂੰ ਉਹਨਾਂ ਤੱਕ ਪਹੁੰਚਾ ਦਿੱਤਾ ਜਾਂਦਾ। ਸਿਰਫ ਉਹ ਕਹਿੰਦੇ ਰਜਿਸਟ੍ਰੇਸ਼ਨ ਕਰਾਉਣੀ ਆ, ਸੀਰੀਅਲ ਨੰਬਰ ਦੇ ਨਾਲ ਮਾਡਲ ਉਹਦਾ ਰੰਗ ਕੀ ਆ ਬਾਈਕ ਦਾ, ਤੇ ਸਾਰਾ ਕੁਛ ਆਨਲਾਈਨ ਇੱਕ ਡਾਟਾਬੇਸ ਆ ਉਹਦੇ ਉੱਤੇ ਰਜਿਸਟ੍ਰੇਸ਼ਨ ਕਰਾ ਦਿਓ। ਤੇ ਕਈ ਵਾਰੀ ਇੱਦਾਂ ਹੁੰਦਾ ਕਿ QR ਕੋਡ ਆ ਉਹ ਵੀ ਆਪਣੇ ਬਾਈਕ ਦੇ ਉੱਤੇ ਲਾ ਦਿਓ ਤੇ ਫੋਨ ਲਿਜਾ ਕੇ ਤੁਸੀਂ QR ਕੋਡ ਦੇ ਉੱਤੇ ਲੈ ਕੇ ਜਾਓਗੇ, ਤੁਹਾਨੂੰ ਪਤਾ ਲੱਗ ਜੂਗਾ ਇਹ ਬਾਈਕ ਕਿਹਦਾ ਆ ਤੇ ਉਹਦੀ ਸਾਰੀ ਜਿਹੜੀ ਹਿਸਟਰੀ ਆ ਉਹ ਤੁਹਾਡੇ ਕੋਲ ਆ ਜੂਗੀ। ਕਿਸੇ ਵੀ ਖਾਸ ਐਪ ਦੀ ਵੀ ਲੋੜ ਨਹੀਂ। ਕਈ ਵਾਰੀ ਇਸ ਤਰ੍ਹਾਂ ਦੇ ਪ੍ਰੋਗਰਾਮ ਵੀ ਸ਼ੁਰੂ ਹੋਏ ਸੀ ਕਿ ਕਈ ਐਪਸ ਸ਼ੁਰੂ ਹੋਈਆਂ ਸੀ, ਇਸ ਮਾਮਲੇ ਦੇ ਵਿੱਚ ਕੋਈ ਐਪ ਦੀ ਵੀ ਲੋੜ ਨਹੀਂ। ਸੋ ਬਾਈਕ ਇਹ ਜਿਹੜੇ ਬਾਈਸਾਈਕਲ ਨੇ ਇਹਨਾਂ ਨੂੰ ਚੋਰੀ ਤੋਂ ਬਚਾਉਣ ਦੇ ਲਈ ਤੇ ਚੋਰੀ ਤੋਂ ਬਾਅਦ ਜਦੋਂ ਇਹ ਲੱਭ ਪੈਂਦੇ ਆ ਉਦੋਂ ਤੱਕ ਇਹਨਾਂ ਨੂੰ ਸਹੀ ਮਾਲਕਾਂ ਤੱਕ ਪਹੁੰਚਾਉਣ ਦੇ ਲਈ ਇੱਕ ਬਹੁਤ ਵੱਡਾ ਯਤਨ ਐਡਮਿੰਟਨ ਪੁਲਿਸ ਨੇ ਕੀਤਾ, ਜਿਹੜਾ ਕਿ ਕਾਫੀ ਹੱਦ ਤੱਕ ਸਫਲ ਹੋਇਆ ਹੈ। ਬਾਈਕ ਮਹਿੰਗੇ ਬਹੁਤ ਹੁੰਦੇ ਆ, $50 ਦਾ ਬਾਈਕ ਵੀ ਮਿਲ ਜਾਂਦਾ ਤੇ $8-10 ਹਜ਼ਾਰ ਦੇ ਬਾਈਕ ਵੀ ਲੋਕ ਆਮ ਰੱਖਦੇ ਆ, ਤੇ ਇਹ ਫਿਰ $8-10 ਹਜ਼ਾਰ ਦਾ ਸਿੱਧਾ ਨੁਕਸਾਨ ਜਿਹੜਾ ਆ ਉਹ ਵੱਡਾ ਨੁਕਸਾਨ ਮੰਨਿਆ ਜਾਂਦਾ। ਬਹੁਤ ਸਾਰੇ ਲੋਕ ਉਹਨਾਂ ਦੀ ਫੈਮਿਲੀ ਦੇ ਵਿੱਚ 5-5, 6-6 ਬਾਈਕ ਵੀ ਹੁੰਦੇ ਆ। ਸੋ ਇਹਨੂੰ ਕਿਸੇ ਨੇ ਇਹ ਬਾਈਕ ਔਰ ਇੱਦਾਂ ਦੀ ਚੀਜ਼ ਆ ਕਿਸੇ ਵੇਲੇ ਵੀ ਇਹ ਸਭ ਤੋਂ ਵੱਧ ਇਹਦਾ ਖਤਰਾ ਹੁੰਦਾ ਚੋਰੀ ਹੋਣ ਦਾ, ਤੇ ਫਿਰ ਇਹਨੂੰ ਰਾਈਟ ਜਿਹੜਾ ਉਹਦੇ ਤੱਕ ਪਹੁੰਚਾਇਆ ਜਾਵੇ ਉਹਦੇ ਲਈ ਇਹ ਇੱਕ ਵੱਡਾ ਯਤਨ ਐਡਮਿੰਟਨ ਪੁਲਿਸ ਸਰਵਿਸਿਜ਼ ਦਾ ਦੱਸਿਆ ਜਾ ਰਿਹਾ। ਇੱਕ ਖਬਰ ਅਮਰੀਕਾ ਤੋਂ ਆ ਰਹੀ ਆ। ਪੋਲਿਊਸ਼ਨ ਪੂਰੀ ਦੁਨੀਆ ਦੇ ਵਿੱਚ ਵੱਡੀ ਸਮੱਸਿਆ ਬਣਿਆ ਹੈ ਤੇ ਆਮ ਤੌਰ 'ਤੇ ਇਹ ਕਿਹਾ ਜਾਂਦਾ ਕਿ ਜਦੋਂ ਪ੍ਰਦੂਸ਼ਣ ਜਾਂ ਵਾਤਾਵਰਨ ਦੀ ਖਰਾਬੀ ਨੇ ਦੁਨੀਆ 'ਤੇ ਅਸਰ ਪਾਉਣਾ ਤਾਂ ਇਹਨੇ ਕੋਈ ਵੀ ਬਾਰਡਰ ਦੇਖ ਕੇ ਅਸਰ ਨਹੀਂ ਪਾਉਣਾ।
ਇਹਨੇ ਇੱਕੋ ਜਿਹਾ ਸਾਰੀ ਦੁਨੀਆ ਦੇ ਉੱਤੇ ਅਸਰ ਪਾਉਣਾ, ਤੇ ਉਹੀ ਕੁਛ ਇਸ ਵੇਲੇ ਹੋ ਰਿਹਾ। ਕਲਾਈਮੇਟ ਚੇਂਜ ਦੁਨੀਆ ਦੇ ਉੱਤੇ ਇੱਕੋ ਜਿਹਾ ਅਸਰ ਪਾਉਂਦੀ ਆ, ਪਰ ਪੋਲਿਊਸ਼ਨ, ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਪੋਲਿਊਟੈਂਟ ਆਉਣੇ, ਉਹ ਵੀ ਇੱਕ ਬਹੁਤ ਵੱਡੀ ਸਮੱਸਿਆ ਇਸ ਵੇਲੇ ਬਣੀ ਆ। ਜਿਹੜੀ ਕੰਜ਼ਿਊਮਰ ਰਿਪੋਰਟਸ ਆਈਆਂ ਇਸ ਵੇਲੇ, ਰੀਸੈਂਟ ਕੰਜ਼ਿਊਮਰ ਰਿਪੋਰਟਸ ਦੇ ਟੈਸਟ ਆਏ ਆ, ਉਹਦੇ ਵਿੱਚ 100 ਤੋਂ ਜ਼ਿਆਦਾ ਖਾਣ ਵਾਲੀਆਂ ਚੀਜ਼ਾਂ US ਦੇ ਰੈਸਟੋਰੈਂਟਸ ਤੇ ਸੁਪਰ ਮਾਰਕੀਟਸ ਦੇ ਵਿੱਚੋਂ ਲਈਆਂ ਗਈਆਂ, ਜਿਨ੍ਹਾਂ ਦੇ ਵਿੱਚ ਇੱਕ ਖਤਰਨਾਕ ਕੈਮੀਕਲ ਜਿਹਨੂੰ PFAS ਕਿਹਾ ਜਾ ਰਿਹਾ, ਉਹ ਇਹਨਾਂ ਦੇ ਵਿੱਚੋਂ ਪਾਇਆ ਜਾ ਰਿਹਾ। ਇਹ ਜਿਹੜਾ ਪੇਪਰ ਬੈਗ ਤੁਹਾਨੂੰ ਮਿਲਦਾ ਫਰੈਂਚ ਫਰਾਈਜ਼ ਦੇ ਵਿੱਚ, ਉਹਦੇ ਵਿੱਚ ਵੀ ਆ, ਤੇ ਜਿਹੜਾ ਹੈਮਬਰਗਰ ਦੇ ਰੈਪਰ ਆ ਉਹਦੇ ਵਿੱਚ ਵੀ ਆ, ਤੇ ਜਿਹੜੇ ਹੋਰ ਚੀਜ਼ਾਂ ਨੇ ਸਿੰਗਲ ਯੂਜ਼ ਪੇਪਰ ਪਲਾਸਟਿਕ ਆ ਉਹਦੇ ਵਿੱਚ ਵੀ ਆ। ਪਹਿਲਾਂ ਜਿਹੜੀ ਇਹਦੀ ਟੈਸਟ ਰਿਪੋਰਟ ਸੀਗੀ ਉਹਦੇ 'ਚ PFAS ਇਹ ਜਿਹਨੂੰ ਕਿਹਾ ਜਾ ਰਿਹਾ ਕਿ ਪੋਲੀਫਲੋਰੋ ਅਲਕਾਈਲ ਸਬਸਟਾਂਸ, PFAS ਪੋਲੀਫਲੋਰੋ ਅਲਕਾਈਲ ਸਬਸਟਾਂਸ ਪੀਣ ਵਾਲੇ ਪਾਣੀ ਦੇ ਵਿੱਚ ਤੇ ਬੋਟਲਡ ਵਾਟਰ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਮਿਲਿਆ ਹੈ। ਇਸ਼ੂ ਬਹੁਤ ਵੱਡਾ ਹੈ ਇਸ ਵੇਲੇ। ਰਿਸਰਚ ਜਿਹੜੀ ਇਸ PFAS ਦੇ ਨਾਲ ਜੁੜੀ ਆ, ਦੱਸਿਆ ਜਾ ਰਿਹਾ ਕਿ ਮਟੀਰੀਅਲ ਇਹ ਉਹ ਮਟੀਰੀਅਲ ਆ ਜਿਹੜਾ ਕਿਸੇ ਚੀਜ਼ ਨੂੰ ਗਰੀਸ ਦਾ ਰੈਜ਼ਿਸਟੈਂਸ ਬਣਾਉਂਦਾ, ਮਤਲਬ ਤੇਲ ਜਾਂ ਕੋਈ ਇੱਦਾਂ ਦੀ ਚੀਜ਼ ਦਾ ਉਹਦੇ ਉੱਤੇ ਅਸਰ ਨਹੀਂ ਹੁੰਦਾ, ਵਾਟਰ ਸਟੇਨ ਜਾਂ ਦੂਜੀਆਂ ਚੀਜ਼ਾਂ ਦਾ ਉਹਦੇ ਉੱਤੇ ਅਸਰ ਨਹੀਂ ਹੁੰਦਾ। ਇਹ ਹੁਣ ਵਾਤਾਵਰਨ ਦੇ ਵਿੱਚ ਕੰਟੈਮੀਨੇਸ਼ਨ ਹੋ ਚੁੱਕੀ ਹੈ ਇਹਦੀ ਪੂਰੀ ਗਲੋਬ ਦੇ ਉੱਤੇ। ਸਵਾਲ ਇਹ ਆ ਰਿਹਾ ਕਿ ਇਹਦੇ ਨਾਲ ਹੈਲਥ ਰਿਸਕ ਕਿੰਨਾ ਕੁ ਆ। ਇਹ ਹਰ ਚੀਜ਼ ਜਿਹੜੀ ਇਸ ਚੀਜ਼ ਦੇ ਨਾਲ, ਜਿਹਨੂੰ PFAS ਇਹ ਕੈਮੀਕਲ ਕਿਹਾ ਜਾ ਰਿਹਾ, ਇਹਦੇ ਨਾਲ ਜੁੜੀ ਆ, ਤੇ ਉਹਦੇ ਵਿੱਚ ਇਹ ਸਾਰੀ ਚੀਜ਼ ਹੈਗੀ ਆ। ਇਹ ਕੈਮੀਕਲ ਨੂੰ ਫੋਰਐਵਰ ਕੈਮੀਕਲ ਕਿਹਾ ਜਾਂਦਾ। ਫੋਰਐਵਰ ਕੈਮੀਕਲ ਦਾ ਮਤਲਬ ਇਹ ਆ ਕਿ ਇਹ ਕਦੇ ਗਲਦੇ ਸੜਦੇ ਹੀ ਨਹੀਂ ਆ। ਇੱਕ ਦਿਨ ਅਸੀਂ ਮਾਈਕਰੋ ਪਲਾਸਟਿਕ ਦੀ ਵੀ ਗੱਲਬਾਤ ਕੀਤੀ ਸੀ ਕਿ ਅੰਟਾਰਕਟਿਕਾ ਸਨੋ ਦੀ ਫਰੈਸ਼ ਸਨੋ ਦੇ ਵਿੱਚ ਮਾਈਕਰੋ ਪਲਾਸਟਿਕ ਮਿਲ ਰਹੀ ਆ। ਇਹ PFAS ਵੀ ਉੱਦਾਂ ਦੀ ਚੀਜ਼ ਆ ਜਿਹੜੀ ਡੀਕੰਪੋਜ਼ ਹੀ ਨਹੀਂ ਹੁੰਦੀ ਹਜ਼ਾਰਾਂ ਸਾਲਾਂ ਤੱਕ, ਸੋ ਇਹਨੂੰ ਫੋਰਐਵਰ ਕੈਮੀਕਲ ਕਹਿੰਦੇ ਆ। ਇਹ ਅੰਦਰ ਰਹਿੰਦਾ ਹੈ ਸਾਡੇ ਕਿਸੇ ਨਾ ਕਿਸੇ ਤਰ੍ਹਾਂ। PFAS ਜਿਹੜਾ ਕਿ ਬਹੁਤ ਸਾਰੇ ਕੈਮੀਕਲ ਸਾਡੀ ਜਿਹੜੀ ਫੂਡ ਚੇਨ ਆ ਉਹਦੇ ਵਿੱਚ ਇਹ ਦਾਖਲ ਹੋ ਚੁੱਕੇ ਆ। ਹੁਣ ਉਹ ਕਹਿੰਦੇ ਮੰਨ ਲਓ ਕਿ ਜਿਹੜਾ ਪ੍ਰੋਡਕਸ਼ਨ ਫੂਡ ਪੈਕੇਜਿੰਗ ਹੋ ਰਹੀ ਆ PFAS ਦੀ ਕੋਟਿੰਗ ਦੇ ਨਾਲ, ਫੂਡ ਪੈਕ ਕਰਨ ਦੇ ਵਿੱਚ ਕੈਮੀਕਲ ਵਰਤਿਆ ਜਾਂਦਾ ਆ, ਤੇ ਉਹਦੇ ਤੋਂ ਬਾਅਦ ਜਿਹੜੇ ਵੇਸਟ ਵਾਟਰ ਮਿਲਸ ਆ ਉੱਥੇ ਇਹ ਚਲਿਆ ਜਾਂਦਾ ਆ। ਫਰਟੀਲਾਈਜ਼ਰ ਦੇ ਉਹਦੇ ਵਿੱਚੋਂ ਇਹ ਫਰਟੀਲਾਈਜ਼ਰ ਦੇ ਵਿੱਚ ਚਲਿਆ ਜਾਂਦਾ, ਫਰਟੀਲਾਈਜ਼ਰ ਦੇ ਵਿੱਚੋਂ ਖੇਤ ਦੇ ਵਿੱਚ ਚਲਿਆ ਜਾਂਦਾ, ਖੇਤ ਦੇ ਵਿੱਚੋਂ ਇਹ ਜਿਹੜਾ ਪਸ਼ੂ ਚਰ ਰਿਹਾ ਉਹਦੇ ਵਿੱਚ ਚਲਿਆ ਜਾਂਦਾ, ਤੇ ਉਹਦੇ ਵਿੱਚੋਂ ਇਹ ਦੁੱਧ ਦੇ ਵਿੱਚ ਚਲਿਆ ਜਾਂਦਾ। ਇਸ ਤਰੀਕੇ ਦੇ ਨਾਲ ਫੂਡ ਚੇਨ ਦੇ ਵਿੱਚ ਪੂਰਾ ਇਹ ਡੇਅਰੀ ਫਾਰਮ ਦੇ ਵਿੱਚ ਜਦੋਂ ਉਹਨਾਂ ਨੇ ਦੁੱਧ ਚੈੱਕ ਕੀਤਾ ਸੀ ਤਾਂ ਉਹਦੇ ਵਿੱਚ ਇੱਕ PFAS ਦੇ ਸੈਂਪਲ ਦੇ ਜਿਹੜੇ ਜਿੰਨਾ ਚਾਹੀਦਾ ਉਹਦੇ ਤੋਂ 150 ਗੁਣਾ ਜ਼ਿਆਦਾ ਦੱਸਦੇ ਆ ਕਿ ਉਹਦੇ ਵਿੱਚ ਪਾਇਆ ਗਿਆ ਸੀ, ਜਿੰਨੇ ਮਤਲਬ ਸਟੇਟ ਰੈਗੂਲੇਸ਼ਨ ਦੇ ਪਰਮਿਟ ਕਰਦੀ ਆ ਉਹਦੇ ਤੋਂ ਇੰਨਾ ਜ਼ਿਆਦਾ ਉਹਦੇ ਵਿੱਚ ਇਹ ਚੀਜ਼ ਪਾਈ ਗਈ ਸੀ। ਸੋ ਕਿਸੇ ਵੀ ਥਾਂ ਦੇ ਉੱਤੇ ਹੁਣ ਇਹਨਾਂ ਕੈਮੀਕਲਸ ਤੋਂ ਬਚਿਆ ਨਹੀਂ ਜਾ ਸਕਦਾ। ਜਿਹੜੇ ਫੂਡ ਪੈਕੇਜਿੰਗ ਆ, ਪ੍ਰੋਡਕਟਸ ਆ, PFAS ਆ, ਜਦੋਂ ਉਹਨੂੰ ਸਿੱਟ ਦਿੰਦੇ ਆ ਉਹਦੇ ਤੋਂ ਬਾਅਦ ਉਹ ਲੈਂਡਫਿਲਸ ਦੇ ਵਿੱਚ ਚਲਿਆ ਜਾਂਦਾ, ਉੱਥੋਂ ਫਿਰ ਇਹ ਕੰਕਰੀਟ ਦੇ ਵਿੱਚ ਚਲਿਆ ਜਾਂਦਾ, ਇਨਵਾਇਰਨਮੈਂਟ ਦੇ ਵਿੱਚ ਚਲਿਆ ਜਾਂਦਾ, ਪਾਣੀ 'ਚ, ਭੋਜਨ 'ਚ, ਜ਼ਮੀਨ 'ਚ, ਹਵਾ 'ਚ, ਹਰ ਥਾਂ ਦੇ ਉੱਤੇ ਇਹ ਜਾ ਰਿਹਾ ਹੈ। ਜਿਹੜਾ ਵੀ ਲੋਕ ਫੂਡ ਖਾ ਰਹੇ ਉਹਦੇ ਵਿੱਚ ਕੈਮੀਕਲ ਜਾਂ ਪੀਣ ਵਾਲਾ ਪਾਣੀ ਆ ਉਹਦੇ ਵਿੱਚ ਵੀ ਇਹ ਕੈਮੀਕਲ ਪਾਇਆ ਜਾ ਰਿਹਾ। ਦੂਜਾ ਸਵਾਲ ਪੈਦਾ ਇਹ ਹੁੰਦਾ, ਵਿਗਿਆਨੀ ਇਹ ਦੱਸ ਰਿਹਾ ਕਿ ਖਤਰਨਾਕ ਕਿੰਨਾ ਕੁ। ਉਹ ਕਹਿੰਦੇ ਕਿ ਖਤਰਨਾਕ ਇੰਨਾ ਜ਼ਿਆਦਾ ਆ ਕਿ ਸਿੱਧਾ ਮਨੁੱਖ ਦੇ ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕਰਦਾ। ਕਿ ਮੰਨ ਲਓ ਜਿਹੜੀ ਕੁਛ ਥਾਵਾਂ ਦੇ ਉੱਤੇ 1998 ਦੇ ਵਿੱਚ ਵੈਸਟ ਵਰਜੀਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਜਿਹੜਾ ਫਾਰਮਰ ਸੀਗਾ ਵਿਲਬੋ ਟੈਨੈਂਟ, ਉਹਨੇ ਇਹ ਕਨਸਰਨ ਨੂੰ ਉੱਚਾ ਚੁੱਕਿਆ ਸੀ, ਇਹਦੇ ਬਾਰੇ ਰੌਲਾ ਰੱਪਾ ਪਾਉਣਾ ਸ਼ੁਰੂ ਕੀਤਾ ਸੀ ਕਿ ਇਹ ਜਿਹੜਾ ਪੋਲਿਊਸ਼ਨ ਆ ਉਹਦੇ ਨੇੜੇ ਇੱਕ ਫੈਕਟਰੀ ਚੱਲਦੀ ਹੈ, ਉਹਦੇ ਤੋਂ ਉਹਦੀਆਂ ਕੈਟਲਸ ਦੇ ਵਿੱਚ ਆ ਗਿਆ। ਤੇ ਫਿਰ ਜਿਹੜਾ ਇਹ ਕੈਮੀਕਲ ਸੀਗਾ PFO, ਇਹ ਜਿਹੜਾ ਦੂਜਾ ਕੈਮੀਕਲ ਸੀਗਾ, ਇਹ ਦੱਸਦੇ ਸੀ ਕਿ ਅਪਰੋਕਸੀਮੇਟਲੀ 70,000 ਲੋਕਾਂ ਨੂੰ ਪਾਣੀ ਦੇ ਵਿੱਚ ਇਹ ਪ੍ਰਭਾਵਿਤ ਉਸ ਵੇਲੇ ਉਸ ਇਲਾਕੇ ਦੇ ਵਿੱਚ ਕਰ ਚੁੱਕਿਆ ਸੀ। ਸੋ ਇਹ ਜਿੰਨੀ ਤੇਜ਼ੀ ਦੇ ਨਾਲ ਜਿਹੜੇ ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕਰ ਰਿਹਾ, ਉਨੀਆਂ ਜ਼ਿਆਦਾ ਬਿਮਾਰੀਆਂ ਸਾਨੂੰ ਲੱਗ ਰਹੀਆਂ ਆ। ਤੇ ਸਿੱਧਾ ਜਿਹੜਾ ਇਹ ਕੰਪਾਊਂਡ ਆ ਇਮਿਊਨ ਸਿਸਟਮ ਨੂੰ ਇਨਹਿਬਿਟ ਕਰਦਾ, ਰੋਕਦਾ ਆ ਕਿ ਉਹ ਆਪਣਾ ਕੰਮ ਕਰੇ। ਜਦੋਂ ਇਹ ਜਿਹੜੀਆਂ ਰਿਪੋਰਟਸ ਸਾਹਮਣੇ ਆਈਆਂ ਸੀ ਤਾਂ ਵਿਗਿਆਨੀ ਵੀ ਇਹਨੂੰ ਦੇਖ ਕੇ ਹੈਰਾਨ ਰਹਿ ਗਏ ਸੀ। ਦੋਸਤੋ, ਅੱਜ ਦਾ ਪ੍ਰੋਗਰਾਮ ਇਸੇ ਥਾਂ ਦੇ ਉੱਤੇ ਸਮਾਪਤ ਕਰਦੇ ਹਾਂ। ਕੱਲ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।